ਬੇਅਦਬੀ ਦੇ ਮਸਲੇ ਜਿਹੜੇ ਨੇ ਉਹ ਕਾਨੂੰਨ ਇਹ ਹੈ ਕਿ ਜਿਨ੍ਹਾਂ ਨੇ ਪੱਤਰੇ ਜਿਹੜੇ ਨੇ ਉਹਨਾਂ ਦੀ ਬੇਅਦਬੀ ਕੀਤੀ ਹੈ ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਜਿਹੜੀ ਦਿੱਤੀ ਜਾਏ। ਔਰ ਅਸੀਂ ਸਭ ਕੰਸਨਟਰੇਟ ਉੱਥੇ ਕਰ ਰਹੇ ਹਾਂ ਕਿ ਕੀ ਪ੍ਰਕਾਸ਼ ਸਿੰਘ ਬਾਦਲ ਉਹਦਾ ਜ਼ਿੰਮੇਵਾਰ ਹੈ ਕਿ ਨਹੀਂ, ਉਹਨੇ ਉਹਦਾ ਆਰਡਰ ਦਿੱਤਾ ਕਿ ਨਹੀਂ, ਸੁਖਬੀਰ ਬਾਦਲ ਨੇ ਉਹਦਾ ਆਰਡਰ ਦਿੱਤਾ ਕਿ ਨਹੀਂ। ਜਿੰਨੇ ਵੀ ਆਰਡਰ ਦਿੱਤਾ ਹੈ ਪ੍ਰਬੰਧਕੀ ਤੌਰ ਤੇ ਦਿੱਤਾ ਹੈ, ਉੱਥੇ ਪ੍ਰਬੰਧਕੀ ਤੌਰ ਦੇ ਉੱਤੇ ਜਿਹੜੀ ਹੈ ਉਹ ਸਜ਼ਾ ਜੋ ਵੀ ਬਣਦੀ ਹੋਵੇ, ਜੋ ਵੀ ਜ਼ਿੰਮੇਵਾਰੀ ਬਣਦੀ ਹੋਵੇ ਉਹ ਦੇਣੀ ਜਿਹੜੀ ਹੈ ਉਹ ਜ਼ਰੂਰੀ ਹੈ। ਬਾਈਬਲ ਕਲਾ 'ਚ ਜਿਸ ਵੇਲੇ ਉਸ ਗੋਲੀ ਕਾਂਡ ਦੇ ਪ੍ਰਤੀਕਰਮ ਦੇ ਵਿੱਚ ਉਸ ਨੂੰ ਧਾਰਮਿਕ ਮਸਲੇ ਦੇ ਤੌਰ ਦੇ ਉੱਤੇ ਲਿਆ ਜਾਂਦਾ ਹੈ, ਉਹਦੇ ਨਾਲ ਬੇਅਦਬੀ ਦਾ ਮਸਲਾ ਜਿਹੜਾ ਵਿੱਚੇ ਜਿਹੜਾ ਉਹ ਰਲ ਕੱਟ ਹੋ ਜਾਂਦਾ। ਦਿਲੋਂ ਜਿਹੜਾ ਹੈ ਉਹ ਕੋਈ ਵੀ ਆਪਣੇ ਆਪ 'ਚ ਇਸ ਮਸਲੇ ਨੂੰ ਸੁਲਝਾਉਣਾ ਨਹੀਂ ਚਾਹੁੰਦਾ ਤੇ ਇੰਨਾ ਕੁ ਉਲਝਾ ਲਿਆ ਹੈ ਕਿ ਉਸ ਨੂੰ ਸੁਲਝਾਉਣ ਦਾ ਰਸਤਾ ਵੀ ਜਿਹੜਾ ਇਹਨਾਂ ਨੂੰ ਆਪਣੇ ਆਪ ਨਜ਼ਰ ਨਹੀਂ ਆਉਂਦਾ। ਜੇਕਰ ਮੁੱਖ ਮੰਤਰੀ ਨੇ ਹੁਕਮ ਦਿੱਤੇ ਹੋਣ ਤੇ ਕਾਨੂੰਨ ਦੇ ਵਿੱਚ ਮੁੱਖ ਮੰਤਰੀ ਦੀ ਸਜ਼ਾ ਬਣਦੀ ਹੋਵੇ ਤੇ ਇੱਕਦਮ ਦੇਣੀ ਚਾਹੀਦੀ ਹੈ, ਉਹ ਗਲਤ ਹੋ ਰਹੀ ਹੈ। ਇਹਨਾਂ ਨੂੰ ਸਜ਼ਾ ਕਿਹਨੇ ਦੇਣੀ? ਸਿੰਘ ਸਾਹਿਬਾਨ ਨੇ ਮਾਫੀ ਦਿੱਤੀ, ਇਹ ਸਜ਼ਾ ਕਾਨੂੰਨ ਨੇ ਨਹੀਂ ਦੇਣੀ, ਇਹ ਸਜ਼ਾ ਸੰਗਤ ਨੇ ਦੇਣੀ ਹੈ। ਸੰਗਤ ਨੇ ਵੈਸੇ ਤੇ ਸਜ਼ਾ 2 ਵਾਰੀ ਦੇ ਦਿੱਤੀ ਇਲੈਕਸ਼ਨਾਂ 'ਚ ਹਰਾ ਕੇ। ਜਿੰਨੇ ਵੀ ਹੁਣ ਇਸ ਵੇਲੇ ਭਗਵੰਤ ਸਿੰਘ ਮਾਨ ਹੋਰੀ ਜਿੰਨੇ ਵੀ ਕਰਪਸ਼ਨ ਦੇ ਇਸ਼ੂ ਲੈ ਕੇ ਸਾਹਮਣੇ ਆਉਂਦੇ ਨੇ, ਜਦੋਂ ਅਫਸਰਾਂ ਦਾ ਪ੍ਰੈਸ਼ਰ ਪੈਂਦਾ ਜਾਂ ਲੋਕਾਂ ਦਾ ਪੈਂਦਾ ਹੈ, ਉਹ ਮਸਲਾ ਜਿਹੜਾ ਉਲਝਾ ਦਿੱਤਾ ਜਾਂਦਾ। ਇੱਥੋਂ ਤੱਕ ਸਜ਼ਾ ਦੀ ਵੱਡੀ ਸਜ਼ਾ ਦੀ ਗੱਲ ਹੈ ਕਿ ਜਿਹੜਾ ਅਕਾਲੀ ਦਲ 25 ਸਾਲ ਦੇ ਸੁਪਨੇ ਲੈਂਦਾ ਸੀ ਉਹ 3 ਵੋਟ ਜਿਹੜੀਆਂ ਨੇ ਸੀਟਾਂ ਤੇ ਸਿਮਟ ਗਿਆ। ਸਜ਼ਾ ਤੇ ਰਾਜਨੀਤਿਕ ਤੌਰ ਦੇ ਉੱਤੇ ਮਿਲ ਗਈ ਕਿ ਜੇ 1.5 ਮਹੀਨੇ ਦੇ ਵਿੱਚ ਮਸਲਾ ਨਹੀਂ ਸੁਲਝਾਇਆ ਜਾਏਗਾ ਤੇ ਸਰਕਾਰ ਅਸਤੀਫਾ ਦੇਗੀ। ਫਿਰ ਹੁੰਦਾ ਸਮਝੌਤਾ, 1.5 ਮਹੀਨੇ 'ਚ ਨਹੀਂ ਕਰਾਂਗੇ ਤਾਂ ਫਿਰ ਕੀ ਹੋਏਗਾ? ਫਿਰ ਵੀ ਅੱਗੇ ਵਕਤ ਚੱਲਣਾ ਹੈ। ਜੇਕਰ ਇਸ ਨਾਲ ਅਸਮਰਥ ਰਹਿੰਦੀ ਹੈ ਤੇ ਸਰਕਾਰ ਜਿਹੜੀ ਹੈ ਜਾਂ ਸਰਕਾਰ ਵੀ ਛੱਡੀ ਹੈ, ਸਪੀਕਰ ਜਿਹੜਾ ਜਿਹਨੇ ਵਾਅਦਾ ਕੀਤਾ ਹੈ ਕਿ ਸਪੀਕਰ ਰਿਜ਼ਾਈਨ ਕਰੇਗਾ। ਪੰਥਕ ਹਲਕਿਆਂ ਦੇ ਵਿੱਚ ਜਿਹੜੀ ਹੈ ਰੁਤਬਾ ਵਧਾਉਣ ਲਈ ਜ਼ਰੂਰੀ ਹੋਏਗਾ ਕਿ ਅੰਮ੍ਰਿਤਪਾਲ ਨੂੰ ਘੱਟੋ ਘੱਟ ਉਸ ਗੱਲ ਲਈ ਜਿਹੜਾ ਹੈ ਇੱਕ ਅਜਿਹਾ ਜਿਹੜਾ ਉਹ ਸੰਘਰਸ਼ ਜਿਹੜਾ ਵਿੱਢਿਆ ਜਾਏਗਾ ਜਿਹਦੇ ਵਿੱਚ ਸਾਰੀਆਂ ਪਰੰਪਰਾਗਤ ਪਾਰਟੀ, ਆਮ ਆਦਮੀ ਪਾਰਟੀ ਸਮੇਤ ਜਿਹੜਾ ਹੈ ਉਹ ਇੱਕ ਵਾਰੀ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਪਰ ਮੇਰਾ ਮਤਲਬ ਇਹ ਹੈ ਕਿ ਨਾ ਸੰਗਤ ਸਪਸ਼ਟ ਹੈ, ਨਾ ਸਰਕਾਰ ਸਪਸ਼ਟ ਹੈ, ਨਾ ਅਸੀਂ ਰਾਜਨੀਤਿਕ ਤੌਰ ਤੇ ਸਪਸ਼ਟ ਹਾਂ ਕਿ ਕਿਸ ਕੰਮ ਦੀ ਕਿਹਨੂੰ ਕਿਵੇਂ ਸਜ਼ਾ ਦੇਣੀ। ਆਮਣੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਅੱਜ ਸਾਡੇ ਨਾਲ ਹਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ SP ਸਿੰਘ, ਪੰਜਾਬ ਦੀ ਇੱਕ ਜਾਣੀ ਪਹਿਚਾਣੀ ਹਸਤੀ। ਪੰਜਾਬ ਦੀ ਜੇ ਆਪਾਂ ਮੌਜੂਦਾ ਸਥਿਤੀ ਦੀ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਾਈਬਲ ਕਲਾਂ, ਕੋਟਕਪੂਰਾ ਗੋਲੀ ਕਾਂਡ, 7 ਸਾਲ ਦਾ ਸਮਾਂ ਨਿਕਲ ਗਿਆ ਇੱਕ ਦਿਨ ਪਹਿਲਾਂ, ਅਜੇ ਤੱਕ ਦੋਸ਼ੀਆਂ ਨੂੰ ਨਹੀਂ ਮਿਲੀਆਂ ਸਜ਼ਾਵਾਂ। ਬਹੁਤ ਵੱਡਾ ਬੇਭਰੋਸਗੀ ਦਾ ਆਲਮ ਤੇ ਬਹੁਤ ਸਾਰੇ ਸਵਾਲ। ਇਹੋ ਜਿਹੀ ਸਥਿਤੀ 'ਚ ਕਿੱਧਰ ਨੂੰ ਜਾ ਰਿਹਾ ਪੰਜਾਬ? ਇਹਨਾਂ ਮੁੱਦਿਆਂ 'ਤੇ ਆਪਾਂ ਡਾਕਟਰ ਸਾਹਿਬ ਨਾਲ ਲਵਾਂਗੇ ਸਵਾਲ। ਡਾਕਟਰ ਸਾਹਿਬ, ਸਾਡੇ ਚੈਨਲ 'ਤੇ ਪੈਨਲ 'ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਤੁਸੀਂ ਆਏ ਹੋ, ਤੁਹਾਨੂੰ ਜੀ ਆਇਆਂ ਨੂੰ, ਸਵਾਗਤ ਹੈ ਤੁਹਾਡਾ। ਸ਼ੁਕਰੀਆ ਜੀ, ਇਹ ਮੌਕਾ ਮਿਲਿਆ ਮੈਨੂੰ ਇਹ ਗੱਲ ਕਰਨ ਦਾ। ਮਿਹਰਬਾਨੀ। ਡਾਕਟਰ ਸਾਹਿਬ, ਪਹਿਲਾ ਹੀ ਸਵਾਲ ਜਿਸ ਮੁੱਦੇ 'ਤੇ ਆਪਾਂ ਗੱਲ ਕਰ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਾਈਬਲ ਕਲਾਂ, ਕੋਟਕਪੂਰਾ ਗੋਲੀ ਕਾਂਡ, 7 ਸਾਲ ਦਾ ਸਮਾਂ ਨਿਕਲ ਗਿਆ, ਇਹਦੇ ਬਾਵਜੂਦ ਕਿਉਂ ਨਹੀਂ ਮਿਲਿਆ ਇਨਸਾਫ? ਇੰਨਾ ਵੱਡਾ ਬੇਭਰੋਸਗੀ ਦਾ ਆਲਮ ਕਿਉਂ ਹੈ? ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ? ਇਸ ਤੋਂ ਵੱਡਾ ਭਾਵਕ ਮੁੱਦਾ ਪੰਜਾਬੀਆਂ ਲਈ ਸ਼ਾਇਦ ਹੋ ਨਹੀਂ ਸਕਦਾ। ਦੇਖੋ, ਇਹ ਸਾਰੀ ਸਮੱਸਿਆ ਜਿਹੜੀ ਹੈ ਉਹ ਅਸੀਂ ਕਾਊਂਟਰ ਸਵਾਲ ਜੇ ਕਰਕੇ ਪੁੱਛੀਏ ਕਿ ਕਿਸ ਤਰ੍ਹਾਂ ਦਾ ਮੁੱਦਾ ਹੱਲ ਹੋਣਾ ਚਾਹੁੰਦਾ ਜੀ। 2 ਮਸਲੇ ਵੱਖਰੇ ਨੇ। ਇੱਕ ਮਸਲਾ ਹੈ ਬੇਅਦਬੀ ਦਾ, ਦੂਜਾ ਮਸਲਾ ਹੈ ਗੋਲੀ ਕਾਂਡ ਦਾ। ਬੇਅਦਬੀ ਦਾ ਮਸਲਾ, ਗੋਲੀ ਕਾਂਡ, ਅਸੀਂ ਦੋਨਾਂ ਨੂੰ ਇਕੱਠੇ ਕਰੀ ਜਾ ਰਹੇ ਹਾਂ। ਅਸੀਂ ਬਾਈਬਲ ਕਲਾ ਵੀ, ਕੋਟਕਪੂਰਾ ਵੀ ਔਰ ਜਵਾਹਰ ਕੇ ਵਾਲਾ ਵੀ, ਸਾਰੇ ਮਸਲੇ ਜਿਹੜੇ ਨੇ ਉਹਨਾਂ ਨੂੰ ਇੱਕ ਪਾਸੇ ਕਰ ਰਹੇ ਹਾਂ, ਬਾਈਬਲ ਕਲਾ ਨੂੰ ਇੱਕ ਪਾਸੇ ਕਰ। ਲੇਕਿਨ ਇਹ ਇਹਨਾਂ ਨੂੰ ਰਲਗੜ ਕਰਨ ਦੀ ਲੋੜ ਨਹੀਂ। ਮਸਲੇ 2 ਨੂੰ ਵੱਖਰਾ ਵੱਖਰਾ ਰੱਖ ਕੇ ਜੇ ਦੇਖੋ ਤੇ ਪਹਿਲੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਦੂਜਾ ਮਸਲਾ ਜਿਹੜਾ ਹੈ ਉਹ ਹੈ ਗੋਲੀ ਕਾਂਡ। ਜਿਹੜੀ ਬੇਅਦਬੀ ਹੈ ਉਹ ਰਾਜਸੀ ਔਰ ਧਾਰਮਿਕ ਤੌਰ ਦੇ ਉੱਤੇ ਉਸ ਨੂੰ ਨਜਿੱਠਣ ਦੀ ਜਿਹੜੀ ਹੈ ਉਹ ਲੋੜ ਹੈ। ਜਿੱਥੋਂ ਤੱਕ ਜਿਹੜਾ ਗੋਲੀ ਕਾਂਡ ਦਾ ਮਸਲਾ ਹੈ, ਗੋਲੀ ਕਾਂਡ ਦਾ ਮਸਲਾ ਜਿਹੜਾ ਹੈ ਇੱਕ ਐਡਮਿਨਿਸਟ੍ਰੇਟਿਵ ਪ੍ਰਬੰਧਕੀ ਜਿਹੜਾ ਮਸਲਾ ਹੈ
ਜਿਹਨੂੰ ਪ੍ਰਬੰਧਕੀ ਨਜ਼ਰੀ ਤੋਂ ਵੀ ਔਰ ਰਾਜਨੀਤਿਕ ਤੋਂ ਵੀ ਜਿਹੜਾ ਹੈ ਉਹ ਦੇਖਿਆ ਜਾ ਸਕਦਾ ਹੈ। ਜੀ ਡਾਕਟਰ ਸਾਹਿਬ, ਬਹਿਬਲ ਕਲਾਂ ਵੱਡਾ ਪੰਥ ਇਕੱਠ ਹੋਇਆ। ਬਹਿਬਲ ਕਲਾਂ ਦੇ ਮੁੱਦੇ ਤੇ ਆਪਾਂ ਗੱਲ ਕਰਦੇ ਹਾਂ, ਜੋ ਗੋਲੀकांड ਦੀ ਤੁਸੀਂ ਗੱਲ ਕਰ ਰਹੇ ਹੋ ਡਾਕਟਰ ਸਾਹਿਬ। ਹਾਂਜੀ, ਨਹੀਂ ਦੇਖੋ, ਪਹਿਲਾਂ ਤਾਂ ਬੇਅਦਬੀ ਨਾਲ ਗੱਲ ਕਰੀਏ ਨਾ ਅਸੀਂ ਜੀ। ਬੇਅਦਬੀ ਜਿਹੜੀ ਹੈ ਉਹ ਹੋਈ ਹੈ, ਔਰ ਬੇਅਦਬੀ ਹੋਈ ਹੈ ਜਦੋਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਿਹੜੇ ਨੇ ਉਹ ਰੋਲੇ ਗਏ ਨੇ, ਔਰ ਉਹ ਬੇਅਦਬੀ ਜਿਹੜੀ ਹੈ ਉਹ ਜਾਣ ਬੁੱਝ ਕੇ ਇੱਕ ਸਾਜ਼ਿਸ਼ ਅਧੀਨ ਜਿਹੜੀ ਹੈ ਕੀਤੀ ਗਈ ਹੈ। ਉਹਦੀ ਸਜ਼ਾ ਔਰ ਉਹਦੇ ਜਿਹੜੇ ਨੇ ਮੁਜਰਮ ਜਿਹੜੇ ਨੇ ਉਹ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਆਧਾਰ ਹੈ, ਔਰ ਬਹਿਬਲ ਕਲਾਂ ਦੀ ਉਸ ਬੇਅਦਬੀ ਦੇ ਰਿਐਕਸ਼ਨ ਦੇ ਤੌਰ ਦੇ ਉੱਤੇ ਜਿਹੜਾ ਕੋਟਕਪੂਰਾ ਜਾਂ ਮਤਲਬ ਜਿਹੜੇ ਨੇ ਉਹ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਨੇ ਗੋਲੀकांड ਹੋਇਆ ਹੈ, ਉਹ ਸਾਰਾ ਜਿਹੜਾ ਉਹ ਦੂਜਾ ਮੁੱਦਾ ਜੀ। ਸੋ ਦੋਨਾਂ ਨੂੰ ਅਸੀਂ ਵੱਖਰਾ ਵੱਖਰਾ ਰੱਖ ਕੇ ਨਾ ਦੇਖੀਏ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਗੋਲੀकांड ਦਾ ਮੁੱਦਾ, ਭਾਵੇਂ ਕੁਝ ਵੀ ਉਹਨੂੰ ਤੁਸੀਂ ਕਹਿ ਲਓ, ਉਹ ਪ੍ਰਬੰਧਕੀ ਹੈ, ਔਰ ਅਸੀਂ ਸਭ ਕੰਸਨਟਰੇਟ ਉੱਥੇ ਕਰ ਰਹੇ ਹਾਂ ਕਿ ਕੀ ਪ੍ਰਕਾਸ਼ ਸਿੰਘ ਬਾਦਲ ਉਹਦਾ ਜ਼ਿੰਮੇਵਾਰ ਹੈ ਕਿ ਨਹੀਂ, ਉਹਨੇ ਉਹਦਾ ਆਰਡਰ ਦਿੱਤਾ ਕਿ ਨਹੀਂ, ਸੁਖਬੀਰ ਬਾਦਲ ਨੇ ਉਹਦਾ ਆਰਡਰ ਦਿੱਤਾ ਕਿ ਨਹੀਂ। ਜਿੰਨੇ ਵੀ ਆਰਡਰ ਦਿੱਤਾ ਹੈ ਪ੍ਰਬੰਧਕੀ ਤੌਰ ਤੇ ਦਿੱਤਾ ਹੈ, ਉੱਥੇ ਪ੍ਰਬੰਧਕੀ ਤੌਰ ਦੇ ਉੱਤੇ ਜਿਹੜੀ ਹੈ ਉਹ ਸਜ਼ਾ ਜੋ ਵੀ ਬਣਦੀ ਹੋਵੇ, ਜੋ ਵੀ ਜ਼ਿੰਮੇਵਾਰੀ ਬਣਦੀ ਹੋਵੇ, ਉਹ ਦੇਣੀ ਜਿਹੜੀ ਹੈ ਉਹ ਜ਼ਰੂਰੀ ਹੈ। ਡਾਕਟਰ ਸਾਹਿਬ ਇੱਕ ਸਵਾਲ, ਡਾਕਟਰ ਸਾਹਿਬ ਆਈ ਐਮ ਸੌਰੀ ਮੈਂ ਵਿੱਚੋਂ ਟੋਕ ਰਿਹਾ, ਇੱਕ ਵੱਡਾ ਸਵਾਲ ਹੈ। ਕੱਲ ਜਦੋਂ ਆਪਾਂ ਬਹਿਬਲ ਕਲਾਂ ਦੀ ਗੱਲ ਕਰਦੇ ਹਾਂ, ਉੱਥੇ ਜਿਹੜਾ ਪੰਥ ਇਕੱਠ ਹੋਇਆ, ਉਹਦੇ 'ਚ ਕੁੰਵਰ ਵਿਜੇ ਪ੍ਰਤਾਪ ਜਿਹੜੇ ਆਪ ਦੇ ਹੀ ਵਿਧਾਇਕ ਹੈ ਔਰ ਸਾਬਕਾ ਪੁਲਿਸ ਅਧਿਕਾਰੀ ਵੀ ਹੈ, ਉਹਨਾਂ ਨੇ ਇੱਕ ਵਰਕਾ ਆਪਣੀ ਰਿਪੋਰਟ ਦਾ ਸੰਗਤ ਦੇ ਸਾਹਮਣੇ ਪੇਸ਼ ਕੀਤਾ ਔਰ ਸਾਰੇ ਖੁਲਾਸੇ ਕੀਤੇ ਕਿ ਕਿਸ ਤਰੀਕੇ ਦੇ ਨਾਲ, ਜੇ ਆਪਾਂ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀकांड ਦੀ ਗੱਲ ਕਰਦੇ ਹਾਂ, ਸਿੱਟਾਂ ਬਣਦੀਆਂ, ਉਹ ਸਿੱਟਾਂ ਕਹਿੰਦੇ ਨਿਆਂ ਦਿਵਾਉਣ ਲਈ ਨਹੀਂ, ਸਗੋਂ ਦੋਸ਼ੀਆਂ ਨੂੰ ਬਚਾਉਣ ਲਈ ਹੈ, ਕਲੀਨ ਚਿੱਟ ਦੇਣ ਲਈ ਹੈ। ਬਹੁਤ ਵੱਡਾ ਸਵਾਲ ਉਹਨਾਂ ਨੇ ਭਰੀ ਸੰਗਤ ਦੇ ਵਿੱਚ ਉਠਾਇਆ। ਡਾਕਟਰ ਸਾਹਿਬ ਕੀ ਕਹੋਗੇ? ਦੇਖੋ, ਜਿੱਥੋਂ ਤੱਕ ਕੰਵਰ ਵਿਜੇ ਪ੍ਰਤਾਪ ਦੀ ਹੈ, ਕੰਵਰ ਵਿਜੇ ਪ੍ਰਤਾਪ ਇੱਕ ਪ੍ਰਤੀਬੱਧ, ਇਮਾਨਦਾਰ ਔਰ ਕੁਸ਼ਲ ਪ੍ਰਬੰਧਕ ਹੈ। ਇਸ ਗੱਲ ਬਾਰੇ ਜਿਹੜਾ ਉਹ ਕੋਈ ਸ਼ੱਕ ਨਹੀਂ, ਔਰ ਉਸਨੇ ਇਮਾਨਦਾਰੀ ਦੇ ਨਾਲ ਸਿੱਟ ਦੇ ਉੱਤੇ ਜਿਹੜਾ ਉਹ ਕੰਮ ਕਰਕੇ ਉਸ ਰਿਪੋਰਟ ਨੂੰ ਜਿਹੜਾ ਉਹ ਪੇਸ਼ ਕੀਤਾ, ਔਰ ਉਸ ਰਿਪੋਰਟ ਦੇ ਵਿੱਚ ਉਸਨੇ ਜ਼ਿੰਮੇਵਾਰ ਜਿਹੜਾ ਹੈ ਉਹ ਬਾਦਲਾਂ ਨੂੰ ਜਿਹੜਾ ਹੈ ਉਹ ਰੱਖਿਆ। ਔਰ ਇਸ ਵਿੱਚ ਸ਼ਾਇਦ ਕੋਈ ਜਿਹੜਾ ਹੈ ਉਹ ਸੰਦੇਹ ਹੋਏ, ਇਹ ਇੱਕ ਗੱਲ ਹੈ। ਉਹਨੂੰ ਸਜ਼ਾ ਦੇਣੀ ਜਿਹੜੀ ਹੈ, ਫਿਰ ਉਹ ਪ੍ਰਬੰਧਕੀ ਜਿਹੜੇ ਨੇ ਉਹ ਆਧਾਰ ਜਿਹੜੇ ਨੇ ਉਹ ਸਜ਼ਾ ਦੇਣ ਦੀ ਗੱਲ ਹੈ। ਲੇਕਿਨ ਬਹਿਬਲ ਕਲਾਂ 'ਚ ਜਿਸ ਵੇਲੇ ਉਸ ਗੋਲੀकांड ਦੇ ਪ੍ਰਤੀਕਰਮ ਦੇ ਵਿੱਚ ਉਸ ਨੂੰ ਧਾਰਮਿਕ ਮਸਲੇ ਦੇ ਤੌਰ ਦੇ ਉੱਤੇ ਲਿਆ ਜਾਂਦਾ ਹੈ, ਉਹਦੇ ਨਾਲ ਬੇਅਦਬੀ ਦਾ ਮਸਲਾ ਜਿਹੜਾ ਵਿੱਚੇ ਜਿਹੜਾ ਉਹ ਰਲਗੱਡ ਹੋ ਜਾਂਦਾ ਹੈ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕੰਵਰ ਵਿਜੇ ਪ੍ਰਤਾਪ ਨੇ ਜਿਸ ਸਿੱਟ ਦੀ ਗੱਲ ਕੀਤੀ ਹੈ, ਉਹ ਕੰਵਰ ਵਿਜੇ ਪ੍ਰਤਾਪ ਨੇ ਉਸ ਸਿੱਟ ਦੇ ਵਿੱਚ ਸਾਰਾ ਆਪਣਾ ਆਧਾਰ ਜਿਹੜਾ ਹੈ ਉਹ ਪ੍ਰਬੰਧਕੀ ਆਧਾਰ ਜਿਹੜਾ ਰੱਖਿਆ ਹੈ ਕਿ ਚੀਫ ਮਿਨਿਸਟਰ ਨੇ ਉਹ ਹੁਕਮ ਦਿੱਤੇ ਨੇ ਕਿ ਨਹੀਂ ਦਿੱਤੇ, ਕਿ ਮੁੱਖ ਮੰਤਰੀ ਨੇ ਉਹਦੇ ਵਿੱਚ ਹਿੱਸੇਦਾਰ ਹੋਇਆ ਕਿ ਨਹੀਂ ਹੋਇਆ, ਜੀ ਉਮਰਾ ਨੰਗਲ ਜਿਹੜਾ ਹੈ ਉਹ ਉੱਥੇ ਕਿਉਂ ਪ੍ਰੈਜ਼ੈਂਟ ਸੀ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪ੍ਰਬੰਧਕੀ ਨੇ, ਔਰ ਪ੍ਰਬੰਧਕੀ ਤੌਰ ਦੇ ਉੱਤੇ ਜੇਕਰ ਮੁੱਖ ਮੰਤਰੀ ਨੇ ਹੁਕਮ ਦਿੱਤੇ ਹੋਣ ਤੇ ਕਾਨੂੰਨ ਦੇ ਵਿੱਚ ਮੁੱਖ ਮੰਤਰੀ ਦੀ ਸਜ਼ਾ ਬਣਦੀ ਹੋਵੇ ਤੇ ਇੱਕਦਮ ਦੇਣੀ ਚਾਹੀਦੀ ਹੈ, ਉਹ ਗਲਤ ਹੋ ਰਹੀ ਹੈ। ਪਰ ਜੇਕਰ ਪ੍ਰਬੰਧਕੀ ਕੰਮਾਂ ਵਿੱਚ ਇਹ ਕੋਈ ਸਜ਼ਾ ਦੇ ਭਾਗੀ ਨਹੀਂ ਬਣਦੇ ਤੇ ਅਸੀਂ ਆਪਣਾ ਵਕਤ ਜਿਹੜਾ ਉੱਥੇ ਕਿਉਂ ਲਾ ਰਹੇ? ਹੁਣ ਕੰਵਰ ਵਿਜੇ ਪ੍ਰਤਾਪ ਉਹਨਾਂ ਦੀ ਰਿਪੋਰਟ ਜਿਹੜੀ ਹੈ ਔਰ ਉਹਨਾਂ ਦਾ ਜਿਹੜਾ ਸਾਰਾ ਜ਼ੋਰ ਜਿਹੜਾ ਹੈ ਉਹ ਇਹ ਹੈ ਕਿ ਭਾਵੇਂ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਹੈ, ਭਾਵੇਂ ਸੁਖਬੀਰ ਬਾਦਲ ਹੈ, ਔਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੈ, ਇਹਨਾਂ ਨੇ ਸਾਜ਼ਿਸ਼ ਕਰਕੇ ਉਸ ਜਿਹੜਾ ਗੋਲੀकांड ਹੈ ਉਹਦਾ ਕੋਈ ਨਤੀਜਾ ਜੇਕਰ ਅਸੀਂ ਨਾ ਵੀ ਕੱਢਣਾ ਹੋਵੇ ਤੇ ਸਾਡੇ ਜਿਹੜੀ ਹੈ ਸੰਗਤ ਦੀ ਪਰਸੈਪਸ਼ਨ ਹੈ ਕਿ ਉਹਦੇ ਵਿੱਚ ਮੁੱਖ ਮੰਤਰੀ ਨੇ ਆਰਡਰ ਦਿੱਤੇ ਹੋਣਗੇ। ਅਸੀਂ ਮੰਨ ਲੈਂਦੇ ਹਾਂ ਕਿ ਦਿੱਤੇ ਨੇ, ਉਸ ਤੋਂ ਬਾਅਦ ਕੀ ਕਰ ਲੈਣ? ਉਸ ਤੋਂ ਬਾਅਦ ਸਰਕਾਰ ਤਾਂ ਡਿਸਮਿਸ ਨਹੀਂ ਕਰਨੀ ਕਿ ਕਾਨੂੰਨ ਦੇ ਮੁਤਾਬਕ, IPC ਦੇ ਮੁਤਾਬਕ ਕੋਈ ਸਜ਼ਾ ਜਿਹੜੀ ਹੈ ਉਹ ਮੁੱਖ ਮੰਤਰੀ ਨੂੰ ਹੁਕਮ ਦੇਣ ਦੀ ਜਿਹੜੀ ਹੈ ਉਹ ਹੋ ਸਕਦੀ ਹੈ। ਜੇ ਹੋ ਸਕਦੀ ਹੈ ਤੇ ਉਹਦੇ ਲਈ ਜਿਹੜਾ ਉਹ ਹਾਈ ਕੋਰਟ 'ਚ ਅਪਰੋਚ ਜਿਹੜੀ ਕਰਨੀ ਚਾਹੀਦੀ ਹੈ। ਲੇਕਿਨ ਇਹਦੇ ਨਾਲੋਂ ਜਿਹੜਾ ਵੱਡਾ ਮਸਲਾ ਜਿਹੜਾ ਉਹ ਹੈ ਬੇਅਦਬੀ ਦਾ, ਕਿ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਜਿਹੜੇ ਨੇ ਉਹ ਰੋਲੇ ਗਏ ਨੇ, ਔਰ ਉਹ ਰੋਲੇ ਜਿਹੜੇ ਗਏ ਨੇ ਇੱਕ ਸਾਜ਼ਿਸ਼ ਅਧੀਨ ਰੋਲੇ ਗਏ ਨੇ, ਔਰ ਉਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਸ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਰੋਲਿਆ, ਜਿਹੜੇ ਉਹਦੇ ਲਈ ਜ਼ਿੰਮੇਵਾਰ ਨੇ ਔਰ ਜਾਣ ਬੁੱਝ ਕੇ ਜਿਹੜੇ ਨੇ ਉਹਦਾ ਆਧਾਰ ਬਣਾਇਆ ਹੈ, ਉਹਨਾਂ ਬਾਰੇ ਕੋਈ ਜਿਹੜਾ ਉਹ ਸਰਗਰਮੀ ਦੇ ਨਾਲ, ਸਿੱਖੀ ਨਜ਼ਰ ਦੇ ਨਾਲ ਜਾਂ ਧਾਰਮਿਕ ਜਿਹੜਾ ਆਧਾਰ ਦੇ ਮੁਤਾਬਕ ਜਿਹੜਾ ਕੰਮ ਨਹੀਂ ਕੀਤਾ, ਉੱਥੇ ਉਹ ਦੋਸ਼ੀ ਹੈ। ਡਾਕਟਰ ਸਾਹਿਬ ਇੱਕ ਸਵਾਲ ਮੈਂ, ਡਾਕਟਰ ਸਾਹਿਬ ਸੌਰੀ ਡਾਕਟਰ ਸਾਹਿਬ
ਡਾਕਟਰ ਸਾਹਿਬ, ਇੱਕ ਸਵਾਲ ਮੈਂ ਵਿੱਚੋਂ ਹੀ ਫਿਰ ਲੈਣਾ ਚਾਹਾਂਗਾ। ਕੁੰਵਰ ਵਿਜੇ ਪ੍ਰਤਾਪ ਨੇ, ਜਦੋਂ ਆਪਾਂ ਉਸ ਮੁੱਦੇ ਤੇ ਗੱਲ ਕਰਦੇ ਹਾਂ, ਉਹਨਾਂ ਨੇ ਕੱਲ ਸੰਗਤ ਦੇ ਸਾਹਮਣੇ ਜਦੋਂ ਆਪਾਂ ਧਾਰਮਿਕ ਮੁੱਦੇ ਦੀ ਗੱਲ ਕਰਦੇ ਹਾਂ, ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਆਪਾਂ ਗੱਲ ਕਰਦੇ ਹਾਂ, ਤੇ ਜਿਸ ਤਰੀਕੇ ਦੇ ਨਾਲ ਇਹ ਬਹੁਤ ਵੱਡਾ ਚਰਚਾ ਦਾ ਮੁੱਦਾ ਪਹਿਲਾਂ ਹੀ ਮੀਡੀਆ 'ਚ ਹੈ ਔਰ ਪੋਲੀਟੀਕਲ ਧਾਰਮਿਕ ਹਲਕਿਆਂ ਦੇ ਵਿੱਚ ਵੀ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਜਿਸ ਤਰੀਕੇ ਨਾਲ ਉਹਨੇ ਜਿਹੜਾ ਹੈਗਾ ਉਹਦੇ ਪੈਰੋਕਾਰਾਂ ਨੇ ਉੱਥੇ ਕੰਮ ਕੀਤੇ ਔਰ ਬਹੁਤ ਸਾਰੇ ਤੱਥ ਸਾਹਮਣੇ ਆਏ ਕਿ ਉਹਨਾਂ ਦੇ ਰਾਹੀਂ ਬੇਅਦਬੀ ਕੀਤੀ ਗਈ। ਤੇ ਫਿਰ ਕੁੰਵਰ ਵਿਜੇ ਪ੍ਰਤਾਪ ਇਹ ਸਵਾਲ ਉਠਾ ਰਿਹਾ ਹੈ ਕਿ ਆਖਰ ਜਿਹੜਾ ਜੇ ਬੇਅਦਬੀ ਕਰਨ ਵਾਲਾ ਜਿਹੜਾ ਮੁੱਖ ਦੋਸ਼ੀ ਹੈ ਉਸ ਨੂੰ ਮਾਫੀ ਕਿਉਂ ਦਿੱਤੀ ਗਈ, ਔਰ ਜਿਹੜੇ ਜਥੇਦਾਰ ਸਿੰਘ ਸਾਹਿਬਾਨ ਹੈ ਉਹਨਾਂ ਕੋਲੋਂ ਕਿਉਂ ਅੰਗੂਠੇ ਲਵਾਏ ਗਏ ਉਹ ਮਾਫੀਨਾਮੇ ਦੇ ਉੱਤੇ? ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ। ਫਿਰ ਕਿੱਦਾਂ ਮਿਲੇਗਾ ਨਿਆਂ ਤੇ ਇਨਸਾਫ ਜਦੋਂ ਇੱਕ ਧਾਰਮਿਕ ਜਾਂ ਆਪਣੇ ਆਪ ਨੂੰ ਦਾਅਵੇਦਾਰ ਪਾਰਟੀਆਂ ਇਦਾਂ ਕਰਨਗੀਆਂ? ਜੀ ਡਾਕਟਰ ਸਾਹਿਬ, ਦੇਖੋ ਇਹਨੂੰ ਇਸ ਹਿਸਾਬ ਨਾਲ ਦੇਖੋ ਕਿ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਬੇਅਦਬੀ ਦੇ ਜਿਹੜਾ ਮਸਲਾ ਹੈ ਉਹਦੇ ਵਿੱਚ ਦੋ ਪੱਖ ਨੇ। ਇੱਕ ਹੈ ਧਾਰਮਿਕ ਦ੍ਰਿਸ਼ਟੀਕੋਣ ਤੋਂ ਕਿ ਪੰਜ ਸਿੰਘ ਸਾਹਿਬਾਨ ਨੂੰ ਬੁਲਾਇਆ ਗਿਆ, ਉਹਦੇ ਵਿੱਚ ਜਿਹੜਾ ਨੇ ਮਾਫੀ ਦਿੱਤੀ ਗਈ। ਇਹ ਸਾਰਾ ਮਸਲਾ ਜਿਹੜਾ ਹੈ ਇਹ ਪ੍ਰਬੰਧਕੀ ਮਸਲਾ ਨਹੀਂ, ਕਾਨੂੰਨ ਦਾ ਮਸਲਾ ਨਹੀਂ। ਇਹ ਮਸਲਾ ਜਿਹੜਾ ਹੈ ਇਹ ਧਾਰਮਿਕ ਹੈ ਜੀ, ਔਰ ਧਾਰਮਿਕ ਨੂੰ ਧਾਰਮਿਕ ਨਜ਼ਰੀਏ ਦੇ ਤੌਰ ਤੇ ਦੇਖਣ ਦੀ ਲੋੜ ਹੈ, ਜਿਹੜਾ ਨਹੀਂ ਦੇਖਿਆ ਜਾ ਰਿਹਾ। ਤੇ ਜਿਹੜਾ ਲਗਾਤਾਰ ਬਾਦਲ ਹੋਰਾਂ ਨੇ ਕੋਸ਼ਿਸ਼ ਕੀਤੀ ਕਿ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੱਬਿਆ ਜਾਏ ਤੇ ਉਹਦਾ ਅੱਜ ਵੀ ਉਹ ਜਿਹੜਾ ਉਹ ਫਲ ਭੁਗਤ ਰਹੇ ਨੇ। ਲੇਕਿਨ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਪਹਿਲਾਂ ਤੇ ਸਜ਼ਾ ਦੇਣ ਦੀ ਗੱਲ ਹੈ ਕਿ ਉਹ ਜਿਹੜੇ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਸਜ਼ਾਵਾਂ ਜਿਹੜੀਆਂ ਨੇ ਕਰਨੀਆਂ। ਉਹਨਾਂ ਵਿੱਚੋਂ ਕੋਈ ਮਰ ਗਿਆ, ਕੋਈ ਜੇਲ੍ਹ 'ਚ ਹੈ, ਕੋਈ ਦੂਜਾ ਹੈ। ਉਹ ਸਾਰੇ ਮਸਲੇ ਜਿਹੜੇ ਨੇ ਉਹ ਵਿੱਚੇ ਉਲਝ ਗਏ ਨੇ ਕਿ ਲੋੜ ਹੈ ਇਹ ਸਾਰੇ ਮਸਲੇ ਨੂੰ ਨਿਬੇੜਨ ਦੀ ਕਿ ਦੋਨੋਂ ਗੱਲਾਂ ਜਿਹੜੀਆਂ ਨੇ ਵੱਖਰੀਆਂ ਕਰਕੇ ਜਿੱਥੇ ਜਿੱਥੇ ਜੋ ਜ਼ਿੰਮੇਵਾਰ ਹੈ, ਜੇ ਉਹ ਕਾਨੂੰਨ ਤੌਰ ਤੇ ਜ਼ਿੰਮੇਵਾਰ ਹੈ ਤੇ ਕਾਨੂੰਨ ਤੌਰ ਤੇ ਕੀਤਾ ਜਾਏ। ਜੇਕਰ ਸੰਗਤੀ ਤੌਰ ਤੇ ਜ਼ਿੰਮੇਵਾਰ ਹੈ ਤੇ ਸਿੰਘ ਸਾਹਿਬਾਨ ਨੂੰ ਸਜ਼ਾ ਦੇਣ ਵਾਲੀ ਗੱਲ ਬਣ ਗਈ ਕਿ ਉਹਨਾਂ ਨੇ ਕਿਉਂ ਮਾਫੀ ਦਿੱਤੀ ਹੈ, ਉਹ ਕਿਉਂ ਚੀਫ ਮਿਨਿਸਟਰ ਦੇ ਆਖੇ ਲੱਗ ਕੇ ਮਾਫੀ ਦਿੱਤੀ ਹੈ। ਇਹਦਾ ਫੈਸਲਾ ਸੰਗਤ ਕਰਦੀ ਹੈ ਜਿਹੜੀ ਬਹਿਬਲ ਕਲਾਂ 'ਚ ਕਰ ਰਹੀ ਹੈ। ਲੇਕਿਨ ਉਹਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਨਹੀਂ ਆਉਂਦਾ। ਸੋ ਇਸ ਵੇਲੇ ਮਸਲਾ ਜਿਹੜਾ ਹੈ ਉਹ ਇਹ ਹੈ ਕਿ ਕਿਹਨੂੰ ਕਿਹੜੇ ਸਜ਼ਾ ਦੇਣ ਦਾ ਜਿਹੜਾ ਭਾਗੀ ਹੈ। ਮੇਰੇ ਹਿਸਾਬ ਦੇ ਨਾਲ ਜੇਕਰ ਬਾਦਲ ਉਹਨਾਂ ਨੇ ਜਿਹੜਾ ਉਹ ਮਾਫੀ ਦਿੱਤੀ ਹੈ, ਧਾਰਮਿਕ ਤੌਰ ਦੇ ਉੱਤੇ ਦਿੱਤੀ ਹੈ, ਜੇ ਉਹਨਾਂ ਨੇ ਰਾਜਨੀਤਿਕ ਆਪਣੇ ਫਾਇਦੇ ਲਈ ਕੰਮ ਜਿਹੜਾ ਉਹ ਕੀਤਾ ਹੈ। ਡਾਕਟਰ ਸਾਹਿਬ ਦੇਖੋ, ਮੁੱਦਾ ਬਹੁਤ ਵੱਡਾ ਜਦੋਂ ਆਪਾਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਤਾਂ ਉਹਦੇ 'ਚ ਸਿੱਧੇ ਤੌਰ ਤੇ ਜਦੋਂ ਧਾਰਮਿਕ ਤੌਰ ਤੇ ਸਜ਼ਾ ਦੇਣ ਦੀ ਗੱਲ ਕਰਦੀ ਆ, ਜੋ ਸਿੰਘ ਸਾਹਿਬਾਨ ਨੇ ਉਸ ਵੇਲੇ ਭੂਮਿਕਾ ਨਿਭਾਈ, ਮਾਫੀਨਾਮਾ ਦਿੱਤਾ। ਫਿਰ ਸੰਗਤ ਦੇ ਵਿੱਚ ਜਿੱਦਾਂ ਕੱਲ ਬਹਿਬਲ ਕਲਾਂ 'ਚ ਵੀ ਗੱਲ ਹੋ ਰਹੀ ਹੈ, ਫਿਰ ਸਵਾਲ ਤਾਂ ਡਾਕਟਰ ਸਾਹਿਬ ਉੱਠਣਗੇ ਨਾ ਇਸ ਮੁੱਦੇ ਤੇ ਲੈ ਕੇ, ਕੌਣ ਆ ਦੋਸ਼ੀ, ਬਾਦਲ ਕੇ ਹੈ, ਤੇ ਉਹ ਵੀ ਜਿਹੜਾ ਹੈਗਾ ਸਾਹਮਣੇ ਆਉਣੇ ਚਾਹੀਦੇ ਆ। ਦੇਖੋ ਗੱਲ ਬੜੀ ਸਪਸ਼ਟ ਹੈ ਕਿ ਜਿਹੜੀ ਮਾਫੀ ਦੇਣ ਵਾਲਾ ਸਾਰੀ ਪ੍ਰਕਿਰਿਆ ਜਿਹੜੀ ਹੈ ਉਸ ਦੇ ਵਿੱਚ ਸਿੰਘ ਸਾਹਿਬਾਨ ਵੀ, ਉਸ ਦੇ ਵਿੱਚ ਉਸ ਵੇਲੇ ਦਾ ਮੁੱਖ ਮੰਤਰੀ ਵੀ, ਅਕਾਲੀ ਦਲ ਦਾ ਪ੍ਰਧਾਨ ਵੀ, ਔਰ ਸਾਰੇ ਉਹ ਧਾਰਮਿਕ ਆਗੂ ਜਿਹੜੇ ਨੇ ਉਹ ਜ਼ਿੰਮੇਵਾਰ ਨੇ। ਔਰ ਉਹ ਜ਼ਿੰਮੇਵਾਰ ਜਿਹੜੇ ਨੇ ਉਹਨਾਂ ਨੂੰ ਕਦੇ ਵੀ ਤੁਸੀਂ ਮਾਫ ਨਹੀਂ ਕਰ ਸਕਦੇ ਇਸ ਨਜ਼ਰੀਏ ਤੋਂ। ਲੇਕਿਨ ਇਹਨਾਂ ਨੂੰ ਸਜ਼ਾ ਕਿਹਨੇ ਦੇਣੀ? ਸਿੰਘ ਸਾਹਿਬਾਨ ਨੇ ਮਾਫੀ ਦਿੱਤੀ, ਇਹ ਸਜ਼ਾ ਕਾਨੂੰਨ ਨੇ ਨਹੀਂ ਦੇਣੀ, ਇਹ ਸਜ਼ਾ ਸੰਗਤ ਨੇ ਦੇਣੀ ਹੈ। ਸੰਗਤ ਨੇ ਵੈਸੇ ਤੇ ਸਜ਼ਾ 2 ਵਾਰੀ ਦੇ ਦਿੱਤੀ ਇਲੈਕਸ਼ਨਾਂ 'ਚ ਹਰਾ ਕੇ। 3 MLA ਤੱਕ ਜਿਹੜੀ ਰੂਲਿੰਗ ਪਾਰਟੀ ਸੀ ਉਹਨੂੰ 3 MLA ਤੱਕ ਜਿਹੜਾ ਸਮੇਟ ਕੇ ਰੱਖ ਦਿੱਤਾ। ਸੋ ਇਹ ਸਜ਼ਾ ਧਾਰਮਿਕ ਤੌਰ ਦੇ ਉੱਤੇ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਕਿੰਨਾ ਚਿਰ ਦਿੱਤੀ ਜਾਏਗੀ ਇਹ ਵੀ ਜਿਹੜਾ ਉਹ ਇਤਿਹਾਸ ਦੱਸੇਗਾ। ਲੇਕਿਨ ਕੀ ਇਹ ਸਜ਼ਾ ਦਾ ਮਸਲਾ ਜਿਹੜਾ ਹੈ ਇਹ ਕਿੱਥੇ ਜਾ ਕੇ ਹੱਲ ਹੋਣਾ ਹੈ, ਇਹਦੇ ਬਾਰੇ ਕੋਈ ਵੀ ਉਹ ਚਰਚਾ ਨਹੀਂ ਕਰ ਰਹੇ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ 2 ਹਿੱਸੇ ਵੱਖਰੇ ਨੇ। ਬੇਅਦਬੀ ਕਰਨ ਵਾਲੇ ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਦੇਣ ਦੀ ਜਿਹੜੀ ਹੈ ਉਹ ਪਰੰਪਰਾ ਜਿਹੜੀ ਪ੍ਰਪਾਰਟੀ ਹੈ ਉਹ ਚੱਲਣ ਦੀ ਲੋੜ ਹੈ। ਅਸੀਂ ਜ਼ੋਰ ਜ਼ਿਆਦਾ ਜਿਹੜਾ ਹੈ ਉਹ ਜਾਂ ਮਾਫੀ ਦੇਣ ਬਾਰੇ ਗੱਲ ਕਰ ਰਹੇ ਹਾਂ, ਜਾਂ ਅਸੀਂ ਜਿਹੜਾ ਹੈ ਇਸ ਨੂੰ ਦੂਜੇ ਪਾਸੇ ਜਿਹੜਾ ਹੈ ਉਹ ਪ੍ਰਬੰਧਕੀ ਤੌਰ ਤੇ ਚੱਲ ਰਿਹਾ ਕਿ ਗੋਲੀ ਦੀ ਹੁਕਮ ਕਿੰਨੇ ਕੀਤਾ। ਮੇਰਾ ਕਹਿਣ ਦਾ ਮਤਲਬ ਇਹ ਹੈ। ਡਾਕਟਰ ਸਾਹਿਬ, ਮੈਂ ਤੁਹਾਡੇ ਮੁੱਦੇ ਤੇ ਤੁਹਾਡੇ ਸਵਾਲ ਦੇ ਉੱਤੇ ਗੱਲ ਕਰਨਾ ਚਾਹੁੰਦਾ। ਜਦੋਂ ਆਪਾਂ ਸੰਗਤ ਦੀ ਗੱਲ ਕਰਦੇ ਹਾਂ, ਪੰਜਾਬੀਆਂ ਦੀ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਅਕਾਲੀ ਦਲ ਨੂੰ ਸਜ਼ਾ ਦੇਤੀ, ਹਾਸ਼ੀਏ ਤੇ ਪਹੁੰਚਾਤਾ। ਇੱਕ ਹੋਰ ਸਵਾਲ ਮੈਂ ਇਹਦੇ ਨਾਲ ਹੀ ਜੁੜਿਆ ਲੈਣਾ ਚਾਹਾਂਗਾ। ਜੋ ਸੰਗਤ ਜਾਂ ਆਪਾਂ ਪੰਜਾਬੀਆਂ ਦੀ ਗੱਲ ਕਰੀਏ, ਉਹ ਕਿ ਕੈਪਟਨ ਅਮਰਿੰਦਰ ਨੇ ਵੀ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ ਸੀ, ਇਸੇ ਤਰੀਕੇ ਨਾਲ ਚੰਨੀ ਨੇ ਵਾਅਦਾ ਕੀਤਾ ਸੀ। ਕੀ ਲੱਗਦਾ ਹੈ ਕਿ ਇਹ ਫਿਰ ਸੰਗਤ ਤੇ ਪੰਜਾਬੀਆਂ ਨੇ ਸਜ਼ਾਵਾਂ ਕੈਪਟਨ ਅਮਰਿੰਦਰ ਨੂੰ ਤੇ ਚੰਨੀ ਨੂੰ ਵੀ ਦਿੱਤੀਆਂ? ਹੁਣ ਜਿਹੜਾ ਨਵਾਂ ਮੁੱਖ ਮੰਤਰੀ ਬਣਿਆ ਭਗਵੰਤ ਮਾਨ, ਉਹਨੇ ਵੀ ਵਾਅਦਾ ਇਹੀ ਕੀਤਾ। ਇਸ ਮੁੱਦੇ ਤੇ ਮੈਂ ਜ਼ਰੂਰ ਤੁਹਾਡੇ ਤੋਂ ਜਾਣਕਾਰੀ ਚਾਹਾਂਗਾ। ਦੇਖੋ, ਉਹਨਾਂ ਨੇ ਵਾਅਦਾ ਕੀਤਾ ਸੀ ਭਗਵੰਤ ਸਿੰਘ ਮਾਨ ਨੇ ਜਾਂ ਕੇਜਰੀਵਾਲ ਉਹਨਾਂ ਨੇ
ਕਿ ਅਸੀਂ ਤਾਂ 24 ਘੰਟੇ ਜਿਹੜਾ ਬਦਲਾ ਲੈ ਲਾਂਗੇ, ਸਜ਼ਾ ਦੇ ਦਿਆਂਗੇ, ਉਸ ਗੱਲ 'ਚ ਤੇ ਉਹ ਗੁਨਾਹਗਾਰ ਨੇ। 2 ਵਾਰੀ ਉਹ ਬਹਿਬਲ ਕਲਾਂ ਜਾ ਕੇ ਸਮੇਂ ਦੀ ਜਿਹੜੀ ਐਕਸਟੈਂਸ਼ਨ ਵੀ ਮੰਗ ਰਹੇ ਨੇ, ਸਭ ਕੁਝ ਕਰ ਰਹੇ ਨੇ। ਲੇਕਿਨ ਮੇਰਾ ਮਤਲਬ ਇਹ ਹੈ ਕਿ ਨਾ ਸੰਗਤ ਸਪਸ਼ਟ ਹੈ, ਨਾ ਸਰਕਾਰ ਸਪਸ਼ਟ ਹੈ, ਨਾ ਅਸੀਂ ਰਾਜਨੀਤਿਕ ਤੌਰ ਤੇ ਸਪਸ਼ਟ ਹਾਂ ਕਿ ਕਿਸ ਕੰਮ ਦੀ ਕਿਹਨੂੰ ਕਿਵੇਂ ਸਜ਼ਾ ਦੇਣੀ। ਕੁਝ ਗੱਲਾਂ ਜਿਹੜੀਆਂ ਨੇ ਐਡਮਿਨਿਸਟ੍ਰੇਟਿਵ ਨੇ, ਕੁਝ ਗੱਲਾਂ ਕਾਨੂੰਨਨ ਨੇ, ਕੁਝ ਗੱਲਾਂ ਜਿਹੜੀਆਂ ਨੇ ਧਾਰਮਿਕ ਨੇ। ਧਾਰਮਿਕ ਦੀ ਸਜ਼ਾ ਜਿਹੜੀ ਹੈ ਉਹ ਜਾਂ ਸੰਗਤ ਨੇ ਦੇਣੀ ਹੈ ਜਾਂ ਸਿੰਘ ਸਾਹਿਬਾਨ ਨੇ ਦੇਣੀ ਹੈ। ਜਿੱਥੋਂ ਤੱਕ ਪ੍ਰਬੰਧਕੀ ਕੰਮ ਹੈ, ਉਹਨਾਂ ਦੀ ਸਜ਼ਾ ਜਿਹੜੀ ਹੈ ਉਹ ਸਾਡੀਆਂ ਅਦਾਲਤਾਂ ਨੇ ਦੇਣੀ ਹੈ, ਭਾਵੇਂ ਉਹ ਹਾਈ ਕੋਰਟ ਹੋਵੇ, ਭਾਵੇਂ ਸੁਪਰੀਮ ਕੋਰਟ ਹੋਵੇ ਤੇ ਭਾਵੇਂ ਸੈਸ਼ਨ ਜੱਜ ਹੋਵੇ। ਵੱਖ-ਵੱਖ ਅਦਾਲਤਾਂ ਦੇ ਵਿੱਚ ਮੁਕੱਦਮੇ ਜਿਹੜੇ ਨੇ ਚੱਲ ਰਹੇ ਨੇ। ਸਿਰਫ ਗੱਲ ਇਹਦੇ ਵਿੱਚ ਸਭ ਤੋਂ ਵੱਧ ਕੰਸਰਨ ਜਿਹੜੀ ਹੈ ਉਹ ਬੇਅਦਬੀ ਦੇ ਪਿੱਛੇ ਰਹਿ ਜਾਂਦੀ ਹੈ, ਗੋਲੀ ਕਾਂਡ ਦੇ ਅੱਗੇ ਰਹਿ ਜਾਂਦੀ ਹੈ ਕਿ ਗੋਲੀ ਕਿੰਨੇ ਚਲਾਉਣ ਦਾ ਹੁਕਮ ਦਿੱਤਾ। ਗੱਲ ਇਹ ਨਹੀਂ, ਗੋਲੀ ਚਲਾਉਣ ਦਾ ਹੁਕਮ ਦਿੱਤਾ, ਉਹਨਾਂ ਨੂੰ ਤੁਸੀਂ ਸਜ਼ਾਵਾਂ ਜਿਹੜੀਆਂ ਨੇ ਉਹ ਕਾਨੂੰਨ ਮੁਤਾਬਕ ਕਰਕੇ ਇੱਕ ਪਾਸੇ ਕਰੋ। ਉਹਦੇ ਨਾਲ ਅਸੀਂ ਵਿੱਚ ਜਿਹੜੀ ਹੈ ਉਹ ਬੇਅਦਬੀ ਦੀ ਵਿੱਚ ਗੱਲ ਸ਼ੁਰੂ ਕਰਨਾ। ਬੇਅਦਬੀ ਦੇ ਮਸਲੇ ਜਿਹੜੇ ਨੇ ਉਹ ਕਾਨੂੰਨ ਇਹ ਹੈ ਕਿ ਜਿਨ੍ਹਾਂ ਨੇ ਪੱਤਰੇ ਜਿਹੜੇ ਨੇ ਉਹਨਾਂ ਦੀ ਬੇਅਦਬੀ ਕੀਤੀ ਹੈ, ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਜਿਹੜੀ ਦਿੱਤੀ ਜਾਏ। ਉਹਨਾਂ ਵਿੱਚ ਕੋਈ ਜੇਲ੍ਹ 'ਚ ਨੇ, ਕੋਈ ਜੇਲ੍ਹ 'ਚ ਜਿਨ੍ਹਾਂ ਦੀ ਕੋਈ ਡੈਥ ਵੀ ਹੋ ਗਈ ਹੈ, ਉਹ ਜਿਹੜਾ ਇੱਕ ਵੱਖਰਾ ਮਸਲਾ। ਤੀਜਾ ਮਸਲਾ ਜਿਹੜਾ ਹੈ ਗੋਲੀ ਕਾਂਡ ਹੈ, ਜਿਹੜਾ ਐਕਚੁਅਲੀ ਸਭ ਤੋਂ ਪ੍ਰਮੁੱਖ ਤੌਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ, ਬੇਅਦਬੀ ਨੂੰ ਪਿੱਛੇ ਛੱਡਿਆ ਜਾ ਰਿਹਾ। ਜਿਹੜਾ ਉਹ ਗੋਲੀ ਕਾਂਡ ਦਾ ਮਸਲਾ ਜਿਹੜਾ ਹੈ ਉਹਦੇ ਵਿੱਚ ਫਿਰ ਜਿਹੜੀ ਗੱਲ ਕਾਨੂੰਨ ਨੇ ਕਰਨੀ ਹੈ। ਕਾਨੂੰਨ ਦੇ ਵਿੱਚ ਭਾਵੇਂ ਕੈਪਟਨ ਅਮਰਿੰਦਰ ਸਿੰਘ ਸੀ, ਭਾਵੇਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ, ਇਹ ਦੋਨਾਂ ਨੇ ਉਸ ਨੂੰ ਉਲਝਾ ਕੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਜਿਹੜੀ ਹੈ ਉਹਨਾਂ ਬਾਰੇ ਜਿਹੜੀ ਹੈ ਸਜ਼ਾ ਜਿਹੜੀ ਹੈ ਉਹ ਨਿਰਧਾਰਿਤ ਕੀਤੀ ਜਾ ਸਕਦੀ ਹੈ। ਇਵੇਂ ਜਿਹੜਾ ਉਹ ਉਸ ਤੋਂ ਬਾਅਦ ਚੰਨੀ ਉਹਨਾਂ ਨੇ ਵੀ ਤੇ ਹੁਣ ਭਗਵੰਤ ਸਿੰਘ ਮਾਨ ਉਹਨਾਂ ਨੇ ਵੀ ਇਹਨੂੰ ਲਗਾਤਾਰ ਲਟਕਾ ਰਹੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਜਾਣਬੁੱਝ ਕੇ ਲਟਕਾ ਰਹੇ ਨੇ, ਉਹਦਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਕਾਨੂੰਨ ਦੀਆਂ ਨਜ਼ਰਾਂ ਵਿੱਚ ਸਜ਼ਾ ਜਿਹੜੀ ਹੈ ਉਹ ਕਿੰਨੀ ਬਣਦੀ ਹੈ ਇਹ ਇਹਨਾਂ ਨੂੰ ਸਪਸ਼ਟ ਨਹੀਂ ਹੁੰਦਾ। ਜਿੱਥੇ ਪਰਟੀਕੁਲਰ ਗੱਲ ਕੀਤੀ ਹੈ ਜਿਹੜੀ ਕੰਵਰ ਵਿਜੇ ਪ੍ਰਤਾਪ ਉਹਨਾਂ ਦੀ ਜਿਹੜੀ ਹੈ ਹਾਈ ਕੋਰਟ ਨੇ ਜਿਹੜੀ ਹੈ ਸਿੱਟ ਵਾਲੀ ਜਿਹੜੀ ਹੈ ਰਿਪੋਰਟ ਜਿਹੜੀ ਹੈ ਰਿਜੈਕਟ ਵੀ ਕੀਤੀ ਹੈ, ਉਹਦੇ ਵਿੱਚ ਕਾਰਨ ਇਹ ਹੈ ਕਿ ਇਹ ਦੋਨੋਂ ਮਸਲੇ ਜਿਹੜੇ ਨੇ ਉਲਝਾਏ ਨੇ, ਜਿਹਦੇ ਵਿੱਚ ਬਹਿਬਲ ਕਲਾਂ ਤੇ ਗੋਲੀ ਕਾਂਡ ਜਿਹੜੀ ਹੈ ਉਹਨੂੰ ਇੱਕ ਪਾਸੇ ਰੱਖ ਕੇ ਔਰ ਦੂਜੇ ਪਾਸੇ ਜਿਹੜੇ ਆ ਉਹ ਡਾਕਟਰ ਸਾਹਿਬ ਜਦੋਂ ਕੁਮਰ ਵਿਜੇ ਪ੍ਰਤਾਪ ਦੀ ਰਿਪੋਰਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਨਾਂ ਨੇ ਕੱਲ ਸੰਗਤ ਦੇ ਸਾਹਮਣੇ ਵੀ ਗੱਲ ਕਹੀ ਤੇ ਬਾਅਦ 'ਚ ਮੀਡੀਆ 'ਚ ਵੀ ਮੁਖਾਤਬ ਹੋਏ। ਉਹਨਾਂ ਨੇ ਬਾਰ-ਬਾਰ ਕਹੀ ਆ ਗੱਲ ਕਿ ਮੈਂ ਜਿਹੜੀ ਰਿਪੋਰਟ ਪੇਸ਼ ਕੀਤੀ ਸੀ ਉਹ ਸਹੀ ਢੰਗ ਦੇ ਨਾਲ ਅਦਾਲਤ ਦੇ 'ਚ ਪੇਸ਼ ਨਹੀਂ ਕੀਤੀ ਗਈ, ਉਹਦਾ ਇੱਕ ਪੱਖ ਜਿਹੜਾ ਪੇਸ਼ ਕੀਤਾ ਗਿਆ ਪੂਰੇ ਢੰਗ ਨਾਲ ਪੇਸ਼ ਨਹੀਂ ਕੀਤੀ। ਉਹ ਕਹਿੰਦੇ ਮੈਂ ਅੱਜ ਵੀ ਆਪਣੀ ਰਿਪੋਰਟ ਦੀ ਇੱਕ ਇੱਕ ਲਾਈਨ ਨਾਲ ਸਟੈਂਡ ਕਰਦਾ, ਜੇ ਕਹਿੰਦੇ ਮੇਰੀ ਰਿਪੋਰਟ ਗਲਤ ਹੋਏਗੀ ਤਾਂ ਮੈਂ ਅੱਜ ਵੀ ਜਿਹੜਾ ਹੈਗਾ ਪੋਲੀਟਿਕਸ ਤੋਂ ਬਾਹਰ ਹੋਣ ਨੂੰ ਤਿਆਰ ਹੈ। ਉਹਨਾਂ ਨੇ ਇੱਕ ਤਰੀਕੇ ਨਾਲ ਸੰਕੇਤ ਦਿੱਤਾ ਇਸ ਗੱਲ ਦਾ ਕਿ ਉਹ ਜਿਹੜਾ ਹੈਗਾ ਵਿਧਾਇਕਸ਼ਿਪ ਤੋਂ, ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਸਕਦੇ ਹੈ ਜੇ ਮੇਰੀ ਰਿਪੋਰਟ ਗਲਤ ਹੁੰਦੀ ਹੈ। ਇੱਥੋਂ ਤੱਕ ਕਿਹਾ ਕੁਮਰ ਵਿਜੇ ਪ੍ਰਤਾਪ ਨੇ। ਜੀ ਡਾਕਟਰ ਸਾਹਿਬ ਦੇਖੋ ਜਿਹੜੀ ਕੰਵਰ ਵਿਜੇ ਪ੍ਰਤਾਪ ਨੇ ਗੱਲ ਕਹੀ ਹੈ ਉਹ ਕੋਈ ਗਲਤ ਨਹੀਂ ਕਹੀ, ਲੇਕਿਨ ਮੈਂ ਵੀ ਇਹ ਵੀ ਗੱਲ ਕਹਿ ਰਿਹਾ ਕਿ ਉਸ ਵੇਲੇ ਦੀਆਂ ਸਰਕਾਰਾਂ, ਭਾਵੇਂ ਪ੍ਰਕਾਸ਼ ਸਿੰਘ ਬਾਦਲ ਸੀ, ਭਾਵੇਂ ਜਿਹੜਾ ਸੀ ਉਹ ਕੈਪਟਨ ਅਮਰਿੰਦਰ ਸਿੰਘ ਸੀ, ਕੁਝ ਚਿਰ ਦੇ ਵਿੱਚ ਚੰਨੀ ਹੋਰੀ ਵੀ ਜਿਹੜੇ ਰਹੇ, ਲੇਕਿਨ ਹੁਣ ਭਗਵੰਤ ਸਿੰਘ ਮਾਨ ਉਹਨਾਂ ਨੂੰ 6 ਮਹੀਨੇ ਤੋਂ ਵੱਧ ਵੀ ਹੋ ਗਏ। ਇਹ ਮਸਲਾ ਜਿਹੜਾ ਹੈ ਇਹ ਇਨਫਲੂਐਂਸ਼ੀਅਲ ਲੌਬੀ ਦਾ ਜਿਹੜਾ ਹੈ ਪ੍ਰਭਾਵ ਦੇ ਵਿੱਚ ਜਿਹੜਾ ਹੈ ਉਹ ਉਲਝਾਇਆ ਜਾ ਰਿਹਾ, ਲਟਕਾਇਆ ਜਾ ਰਿਹਾ। ਤੇ ਜੇ ਅਸੀਂ ਇਦੋਂ ਅੱਗੇ ਵੀ ਗੱਲ ਕਹੀਏ ਤੇ ਸਾਡੇ ਸਾਰੇ ਦਾ ਸਾਰਾ ਜਿਹੜਾ ਪ੍ਰਸ਼ਾਸਨਿਕ ਜਿਹੜਾ ਅਧਾਰ ਹੈ ਉਹ ਅਫਸਰਾਂ ਦੇ ਉੱਤੇ ਵੀ, ਉਹ ਵੱਡੇ ਪੋਲੀਟੀਸ਼ੀਅਨ ਨੂੰ ਵੀ, ਇਹਨਾਂ ਸਾਰਿਆਂ ਨੂੰ ਬਚਾਉਣ ਦਾ ਆਧਾਰ ਕੀਤਾ ਜਾ ਰਿਹਾ ਹੈ। ਜਿੰਨੇ ਵੀ ਹੁਣ ਇਸ ਵੇਲੇ ਭਗਵੰਤ ਸਿੰਘ ਮਾਨ ਹੋਰੀ ਜਿੰਨੇ ਵੀ ਕਰਪਸ਼ਨ ਦੇ ਇਸ਼ੂ ਲੈ ਕੇ ਸਾਹਮਣੇ ਆਉਂਦੇ ਨੇ, ਜਦੋਂ ਅਫਸਰਾਂ ਦਾ ਪ੍ਰੈਸ਼ਰ ਪੈਂਦਾ ਜਾਂ ਲੋਕਾਂ ਦਾ ਪੈਂਦਾ ਹੈ ਉਹ ਮਸਲਾ ਜਿਹੜਾ ਉਲਝਾ ਦਿੱਤਾ ਜਾਂਦਾ ਹੈ। ਇਵੇਂ ਜਿਹੜਾ ਇਹਦਾ ਕੰਮ ਹੁੰਦਾ ਹੈ। ਲੇਕਿਨ ਜਿਹੜੀਆਂ ਸਿੱਖ ਸੰਗਤ ਦੀਆਂ ਭਾਵਨਾਵਾਂ ਨੇ ਉਹ ਭਾਵਨਾਵਾਂ ਜ਼ਿਆਦਾ ਜੁੜੀਆਂ ਨੇ ਬੇਅਦਬੀ ਦੇ ਨਾਲ, ਔਰ ਬੇਅਦਬੀ ਦੀਆਂ ਜਿਹੜੀਆਂ ਨੇ ਉਹਨਾਂ ਵਿੱਚ ਜਿਹੜੇ ਬੇਅਦਬੀ ਦੇ ਜ਼ਿੰਮੇਵਾਰ ਨੇ ਉਹ ਆਇਡੈਂਟੀਫਾਈ ਵੀ ਨੇ। ਉਹਨਾਂ ਨੂੰ ਕੁਝ ਨੂੰ ਸਜ਼ਾਵਾਂ ਜਿਹੜੀਆਂ ਦਿੱਤੀਆਂ ਗਈਆਂ ਨੇ, ਕੁਝ ਨੂੰ ਨਹੀਂ ਦਿੱਤੀਆਂ ਗਈਆਂ। ਉਹਦੇ ਲਈ ਸਾਨੂੰ ਸੀਰੀਅਸ ਹੋ ਕੇ ਸਜ਼ਾਵਾਂ ਜਿਹੜੀਆਂ ਨੇ ਉਹ ਦਿਵਾਉਣ ਦੀ ਗੱਲ ਜਿਹੜੀ ਹੈ ਉਹ ਕਰਨੀ ਜਿਹੜੀ ਹੈ ਉਹ ਜ਼ਰੂਰੀ ਹੈ। ਲੇਕਿਨ ਉਹ ਜਿਹੜੀਆਂ ਬੇਅਦਬੀ ਵਾਲੀਆਂ ਜਿਹੜੀਆਂ ਘਟਨਾਵਾਂ ਨੇ ਉਹਦੇ ਉੱਤੇ ਭਾਰੂ ਕਰਤੀਆਂ ਗਈਆਂ ਨੇ ਗੋਲੀ ਕਾਂਡ ਵਾਲੀ ਘਟਨਾ। ਗੋਲੀ ਕਾਂਡ ਜਿਹੜੀ ਹੈ ਔਰ ਬੇਅਦਬੀ ਜਿਹੜੀ ਹੈ ਉਹ ਇੱਕ ਦੋ ਵੱਖਰੀਆਂ ਘਟਨਾਵਾਂ ਦੇ ਤੌਰ ਤੇ ਦੇਖ ਕੇ ਕਰਨਾ ਚਾਹੀਦਾ ਹੈ ਤੇ ਤਾਂ ਹੀ ਇਹ ਹੱਲ ਹੋਏਗਾ। ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਜੀ ਕੁਮਰ ਵਿਜੇ ਪ੍ਰਤਾਪ ਦੇ ਮੁੱਦੇ ਤੇ ਮੈਂ ਤੁਹਾਡੇ ਤੋਂ ਸਵਾਲ ਲੈਣ ਲੱਗਿਆ। ਦੇਖੋ ਕੱਲ ਜਦੋਂ ਉੱਥੇ ਬਕਾਇਦਾ ਸੰਗਤ ਦੇ ਸਾਹਮਣੇ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਮਾ ਉਹ ਵੀ ਉੱਥੇ ਬੈਠੇ ਸੀ, ਉਹਨਾਂ ਦੀ ਹਾਜ਼ਰੀ 'ਚ ਕੁਮਰ ਵਿਜੇ ਪ੍ਰਤਾਪ ਨੇ ਗੱਲ ਕਹੀ ਕਿ ਮੈਂ ਤਾਂ ਵਿਧਾਨ ਸਭਾ 'ਚ ਮਾਮਲਾ ਰੱਖਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਆਗਿਆ ਨਹੀਂ ਮਿਲੀ। ਬਾਅਦ 'ਚ ਕੁਲਤਾਰ ਸੰਧਮਾ ਨੇ ਕਿਹਾ ਕਿ 1.5 ਮਹੀਨਾ ਦਾ ਸਾਨੂੰ ਸਮਾਂ ਦਿੱਤਾ ਜਾਵੇ ਇਸ ਮਸਲੇ ਤੇ, ਜੇ ਕੋਈ ਹੱਲ ਨਾ ਨਿਕਲਿਆ
ਤਾਂ ਫਿਰ ਇਹੋ ਜਿਹੀਆਂ ਸਰਕਾਰਾਂ ਦਾ ਕੀ ਫਾਇਦਾ। ਜਾਣੀ ਲੱਗਦਾ ਇਹ ਹੈ ਵੀ ਇਹ ਸਥਿਤੀ ਦੇ ਵਿੱਚ ਕਿਧਰੇ ਭਗਵੰਤ ਮਾਨ ਸਰਕਾਰ ਦੇ ਲਈ ਵੀ ਬਹੁਤ ਵੱਡੀ ਚੁਣੌਤੀ ਬਣੀ ਖੜੀ ਹੈ, ਕਿਉਂਕਿ 1.5 ਮਹੀਨਾ ਵੀ ਕੋਈ ਬਹੁਤੀ ਲੰਬੀ ਚੌੜੀ ਗੱਲ ਨਹੀਂ। ਆਇਆ ਸਮਝੋ ਜੋ ਵਾਅਦਾ ਕਰਕੇ ਗਏ ਆ ਉਹ। ਦੇਖੋ, ਵਾਅਦੇ ਤੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੱਕ, ਚੰਨੀ ਤੱਕ, ਭਗਵੰਤ ਸਿੰਘ ਮਾਨ ਉਹਨਾਂ ਤੱਕ ਸਾਰੇ ਵਾਅਦਾ ਕਰੀ ਗਏ ਨੇ। ਲੇਕਿਨ ਉਹ ਵਾਅਦੇ ਜਿਹੜੇ ਨੇ ਉਹ ਜਦੋਂ ਅਦਾਲਤਾਂ ਜਾਂਦੇ ਨੇ, ਉਹ ਅਦਾਲਤਾਂ ਜਾ ਕੇ ਸਿਰੇ ਜਿਹੜੇ ਉਹ ਚੜ੍ਹਦੇ ਨੇ। ਭਾਵੇਂ ਉਹ ਹੁਣ ਸਿੱਟ ਵੀ ਕਈ ਸਿੱਟ ਬਣ ਗਈਆਂ, ਕਈ ਜਿਹੜੀਆਂ ਨੇ ਇਨਕੁਆਇਰੀਆਂ ਹੋ ਗਈਆਂ, ਵਿੱਚ ਜ਼ੋਰਾ ਸਿੰਘ ਵੀ ਆ ਗਏ, ਦੂਜੇ ਵੀ ਆ ਗਏ, ਕਿਸੇ ਦਾ ਕੋਈ ਪੱਲੇ ਨਹੀਂ ਪੈਂਦਾ ਪਿਆ। ਇਹਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਅਜੇ ਵੀ ਸੰਗਤ ਦਾ ਪ੍ਰੈਸ਼ਰ ਜਿਹੜਾ ਹੋਣਾ ਚਾਹੀਦਾ ਹੈ ਸਰਕਾਰ ਤੇ, ਉਹ ਨਹੀਂ। ਔਰ ਇਹ ਜਿਹੜੇ ਨੇ ਉੱਥੇ ਜਿਹੜੀ ਹੈ ਇਹਨਾਂ ਨੇ ਵਾਅਦਾ ਕਰ ਲਿਆ ਕਿ ਅਸੀਂ 1.5 ਮਹੀਨੇ ਦੇ ਵਿੱਚ ਜਿਹੜਾ ਉਲਝਾ ਲਾਂਗੇ, ਉਹ 1.5 ਮਹੀਨਾ ਉਵੇਂ ਪੂਰਾ ਹੋ ਜਾਣਾ ਜਿਵੇਂ ਪਹਿਲੇ ਸਾਰੇ ਜਿਹੜੇ ਨੇ ਡੈਡਲਾਈਨ ਜਿਹੜੀਆਂ ਨੇ ਉਹ ਦਿੱਤੀਆਂ ਹੋਈਆਂ ਨੇ। ਉਹ ਇਸ ਕਰਕੇ ਕਿ ਦਿਲੋਂ ਜਿਹੜਾ ਹੈ ਉਹ ਕੋਈ ਵੀ ਆਪਣੇ ਆਪ 'ਚ ਇਸ ਮਸਲੇ ਨੂੰ ਸੁਲਝਾਉਣਾ ਨਹੀਂ ਚਾਹੁੰਦਾ ਤੇ ਇੰਨਾ ਕੁ ਉਲਝਾ ਲਿਆ ਹੈ ਕਿ ਉਸ ਨੂੰ ਸੁਲਝਾਉਣ ਦਾ ਰਸਤਾ ਵੀ ਜਿਹੜਾ ਇਹਨਾਂ ਨੂੰ ਆਪਣੇ ਆਪ ਵਿੱਚ ਨਜ਼ਰ ਜਿਹੜਾ ਨਹੀਂ ਆਉਂਦਾ। ਮੈਂ ਜਿਹੜਾ ਗੱਲ ਬਿਲਕੁਲ ਹੀ ਸਪਸ਼ਟ ਤੌਰ ਤੇ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਮਸਲਾ ਬੇਅਦਬੀ ਦਾ ਮਸਲਾ ਹੈ ਉਹਨੂੰ ਧਾਰਮਿਕ ਤੌਰ ਤੇ ਹੀ ਸੁਲਝਾਇਆ ਜਾ ਸਕਦਾ ਹੈ ਜਾਂ ਰਾਜਨੀਤਿਕ ਪਾਰਟੀ ਦੇ ਤੌਰ ਤੇ ਸੁਲਝਾਇਆ ਜਾ ਸਕਦਾ ਹੈ। ਲੇਕਿਨ ਜਿਹੜੀਆਂ ਸਜ਼ਾਵਾਂ ਦੇਣ ਦਾ ਮਸਲਾ ਜਿਹੜਾ ਹੈ ਉਹ ਅਦਾਲਤੀ ਸਜ਼ਾਵਾਂ ਦਾ ਕੰਮ ਹੈ। ਔਰ ਅਦਾਲਤਾਂ ਦੇ ਜਿਹੜਾ ਹਿਸਾਬ ਜੋ ਸਾਡੇ ਭਾਰਤ ਦੀ ਜਿਹੜੀ ਨਿਆਂ ਪ੍ਰਣਾਲੀ ਹੈ ਉਹਦੇ 'ਚ ਅਦਾਲਤੀ ਪ੍ਰਕਿਰਿਆ ਦੀ ਜਿਹੜੀ ਡਿਲੇ ਤੇ ਕਈ ਕੁਝ ਉਹਦੇ ਵਿੱਚ ਜਿਹੜਾ ਜੁੜਿਆ ਹੈ ਉਹਦਾ ਫਾਇਦਾ ਜਿਹੜਾ ਉਹ ਉਠਾ ਰਿਹਾ। ਔਰ ਜਿੱਥੋਂ ਤੱਕ ਸਜ਼ਾ ਦੀ, ਵੱਡੀ ਸਜ਼ਾ ਦੀ ਗੱਲ ਹੈ ਕਿ ਜਿਹੜਾ ਅਕਾਲੀ ਦਲ 25 ਸਾਲ ਦੇ ਸੁਪਨੇ ਲੈਂਦਾ ਸੀ ਉਹ 3 ਜਿਹੜੀਆਂ ਨੇ ਸੀਟਾਂ ਤੇ ਸਿਮਟ ਗਿਆ। ਸਜ਼ਾ ਤੇ ਰਾਜਨੀਤਿਕ ਤੌਰ ਦੇ ਉੱਤੇ ਮਿਲ ਗਈ ਹੈ। ਉਵੇਂ ਜੇਲ੍ਹ ਦੇ ਵਿੱਚ ਉਹ ਜਾ ਸਕਦੇ ਨੇ ਕਿ ਨਹੀਂ ਜਾ ਸਕਦੇ, ਮੈਂ ਗੱਲ ਜਿੰਨੀ ਕੁ ਮੇਰੀ ਜਿਹੜੀ ਹੈ ਕਾਨੂੰਨ ਦੀ ਸਮਝ ਕਹਿ ਸਕਦੀ ਉਹੀ ਦੱਸੇਗੀ ਕਿ ਜੇਕਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਸਹਿਮਤੀ ਪ੍ਰਗਟ ਕੀਤੀ ਹੋਵੇ ਕਿ ਇਹ ਗੋਲੀ ਜਿਹੜੀ ਹੈ ਚਲਾ ਦਿਓ ਔਰ ਉਹ ਗੋਲੀ ਚਲਾਈ ਗਈ, ਫਿਰ ਕੀ ਮੁੱਖ ਮੰਤਰੀ ਨੂੰ ਅਜਿਹੇ ਹੁਕਮ ਦੇਣ ਤੇ ਜਿਹੜੀ ਉਸ ਦੀ ਡਿਊਟੀ ਹੈ ਉਸ ਨੂੰ ਕੋਈ ਕਾਨੂੰਨ ਸਜ਼ਾ ਦਿੱਤੀ ਜਾ ਸਕਦੀ ਹੈ? ਜੀ ਡਾਕਟਰ ਸਾਹਿਬ, ਜਾ ਸਕਦੀ ਤੇ ਫਿਰ ਜੀ ਡਾਕਟਰ ਸਾਹਿਬ ਬਿਲਕੁਲ ਜਿਹੜਾ ਹੈਗਾ ਉਹਦਾ ਸਜ਼ਾ ਦਾ ਮਾਮਲਾ ਜਿੱਦਾਂ ਤੁਸੀਂ ਕਹੇ ਕਿ ਕਾਨੂੰਨੀ ਐਂਗਲ ਵੀ ਉਹਦੇ 'ਚ ਹੈਗਾ, ਪਰ ਜਿੱਥੋਂ ਤੱਕ ਸੰਗਤ ਦੇ ਦਬਾਅ ਦਾ ਤੁਸੀਂ ਸਵਾਲ ਕਰ ਰਹੇ ਸੀ, ਦੇਖੋ ਜਿਹੜਾ ਕੱਲ ਪ੍ਰਬੰਧਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ 1.5 ਮਹੀਨੇ ਬਾਅਦ ਵੀ ਜੇ ਵਾਅਦਾ ਪੂਰਾ ਨਹੀਂ ਹੋਏਗਾ ਤਾਂ ਸਰਬੱਤ ਖਾਲਸਾ ਕੀਤਾ ਜਾਏਗਾ, ਸਰਬੱਤ ਖਾਲਸਾ ਕਰਕੇ ਫੈਸਲਾ ਲਿਆ ਜਾਏਗਾ ਕਿ ਅੱਗੇ ਕੀ ਕਰਨਾ ਹੈ। ਸੋ ਬਹੁਤ ਵੱਡੇ ਚੈਲੰਜ ਕਿਤੇ ਸਾਹਮਣੇ ਨਜ਼ਰ ਆ ਰਿਹਾ, ਸਰਕਾਰ ਦੇ ਸਾਹਮਣੇ ਵੀ ਤੇ ਪੰਥ ਦੇ ਸਾਹਮਣੇ ਵੀ। ਦੇਖੋ ਸਿੱਧੂ ਸਾਹਿਬ, ਗੱਲ ਬੜੀ ਸਿੱਧੀ ਸੀ। ਜੇ ਕੱਲ ਸਮਝੌਤਾ ਹੋਇਆ ਸਰਕਾਰ ਔਰ ਸੰਗਤ ਦੇ ਵਿੱਚ ਤੇ ਉਹ ਸਮਝੌਤੇ ਵਿੱਚ ਇਹ ਹੋਣਾ ਚਾਹੀਦਾ ਸੀ ਕਿ ਜੇ 1.5 ਮਹੀਨੇ ਦੇ ਵਿੱਚ ਮਸਲਾ ਨਹੀਂ ਸੁਲਝਾਇਆ ਜਾਏਗਾ ਤੇ ਸਰਕਾਰ ਅਸਤੀਫਾ ਦੇਗੀ, ਫਿਰ ਹੁੰਦਾ ਸਮਝੌਤਾ। 1.5 ਮਹੀਨੇ 'ਚ ਨਹੀਂ ਕਰਾਂਗੇ ਤਾਂ ਫਿਰ ਕੀ ਹੋਏਗਾ, ਫਿਰ ਵੀ ਅੱਗੇ ਵਕਤ ਚੱਲਣਾ। ਜੇਕਰ ਤੁਸੀਂ ਇੱਕ ਇਮਾਨਦਾਰੀ ਨਾਲ ਗੱਲ ਅਸੀਂ ਕਹੀਏ ਕਿ ਜੇ 1.5 ਮਹੀਨੇ 'ਚ ਮਸਲਾ ਨਹੀਂ ਹੱਲ ਹੁੰਦਾ ਫਿਰ ਸਰਕਾਰ ਕੀ ਕਰੇਗੀ? ਫਿਰ ਸੰਗਤ ਕਰੇਗੀ, ਸਰਕਾਰ ਕੀ ਕਰੇਗੀ? ਸਰਕਾਰ ਦੇ ਆਖੇ ਲੱਗੇ ਨੇ ਤੇ ਸਰਕਾਰ ਕੀ ਕਰੇਗੀ? ਸਰਕਾਰ ਕੋਲ ਤਾਂ ਕੋਈ ਗੱਲ ਪੁੱਛੀ ਨਹੀਂ। ਸਰਕਾਰ ਜੇਕਰ ਇਸ ਨਾਲ ਅਸਮਰਥ ਰਹਿੰਦੀ ਹੈ ਤੇ ਸਰਕਾਰ ਜਿਹੜੀ ਹੈ ਜਾਂ ਸਰਕਾਰ ਵੀ ਛੱਡੀਏ, ਸਪੀਕਰ ਜਿਹੜਾ ਜਿਹਨੇ ਵਾਅਦਾ ਕੀਤਾ ਹੈ ਕਿ ਸਪੀਕਰ ਰਿਜ਼ਾਈਨ ਕਰੇਗਾ। ਗੱਲ ਇਹ ਹੈ ਕਿ ਸਜ਼ਾ ਅਸੀਂ ਆਪ ਹੀ ਕਲੀਅਰ ਨਹੀਂ, ਅਸੀਂ ਵੀ ਬੱਲੇ ਬੱਲੇ ਕਰਕੇ ਜਿਹੜਾ ਨਾ ਤੇ ਜਾਂ ਹਾਇਆ ਕਰਕੇ ਜਿਹੜੇ ਨੇ ਗੱਲ ਮੁਕਰਨੇ ਪਏ ਹਾਂ। ਅਸੀਂ ਆਪ ਹੀ ਕਿਸੇ ਕਿਨਾਰੇ ਜਿਹੜਾ ਨਹੀਂ ਲਾ ਰਹੇ। ਕਿਨਾਰੇ ਲਾਉਣ ਦਾ ਮਤਲਬ ਇਹ ਹੈ ਕਿ ਭਗਵੰਤ ਸਰਕਾਰ ਵਾਅਦਾ ਕਰੇ ਸੰਗਤ ਨੂੰ ਕਿ ਜੇ 1.5 ਮਹੀਨੇ ਵਿੱਚ ਅਸੀਂ ਨਹੀਂ ਸੁਲਝਾਵਾਂਗੇ ਅਸੀਂ ਅਸਤੀਫਾ ਦੇਵਾਂਗੇ, ਔਰ ਦੂਜੇ ਪਾਸੇ ਇਹ ਹੈ ਕਿ ਸੰਗਤ ਫੈਸਲਾ ਕਰੇ ਕਿ ਜੇ 1.5 ਮਹੀਨੇ ਬਾਅਦ ਅਸਤੀਫਾ ਜਿਹੜਾ ਦਿੰਦੇ ਨੇ ਤੇ ਉਸ ਵੇਲੇ ਅਸੀਂ ਜਿਹੜੀ ਹੈ ਸੰਗਤੀ ਤੌਰ ਦੇ ਉੱਤੇ, ਰਾਜਨੀਤਿਕ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਹੀ ਆਪਣੀ ਪਾਰਟੀ ਮੰਨ ਕੇ ਚੱਲਾਂਗੇ। ਉਹ ਸਜ਼ਾ ਅਕਾਲੀ ਦਲ ਨੂੰ ਵੱਡੀ ਜਿਹੜੀ ਆ ਉਹ ਮਿਲਦੀ ਹੋਏ। ਸੋ ਲੇਕਿਨ ਨਾਲ ਗੱਲ ਮੁੱਕਣੀ ਨਹੀਂ। ਡਾਕਟਰ ਸਾਹਿਬ, ਮੈਂ ਥੋੜਾ ਜਿਹਾ ਦਬਾਅ ਦੀ, ਜਿਸ ਮੁੱਦੇ ਤੇ ਦਬਾਅ ਦੀ ਗੱਲ ਕਰਦੇ ਸੀ, ਮੈਂ ਆਪਣਾ ਸਵਾਲ ਉਹ ਦੁਹਰਾ ਰਿਹਾ ਤੁਹਾਡੇ ਅੱਗੇ ਕਿ ਕੱਲ ਜਿਹੜਾ ਹੈਗਾ ਪ੍ਰਬੰਧਕਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜੇ ਸਰਕਾਰ ਨਾ ਮੰਨੀ, ਬਿਲਕੁਲ ਸਹੀ ਕਹਿ ਰਹੇ ਹੋ ਕਿ ਸਪੀਕਰ ਦੇ ਅਸਤੀਫੇ ਦੀ ਗੱਲ ਤੁਸੀਂ ਆਖ ਰਹੇ ਹੋ, ਪਰ ਪ੍ਰਬੰਧਕਾਂ ਵੱਲੋਂ ਜੋ ਕੱਲ ਐਲਾਨ ਕੀਤਾ ਗਿਆ ਕਿ ਜੇ ਗੱਲ ਨਾ ਮੰਨੀ ਗਈ, ਲਾਗੂ ਨਾ ਕੀਤੀ ਗਈ ਜੋ ਸਪੀਕਰ ਕਹਿ ਕੇ ਗਏ ਸੰਦਮਾ, ਤਾਂ ਸਰਬੱਤ ਖਾਲਸਾ ਕੀਤਾ ਜਾਏਗਾ। ਕੀ ਲੱਗਦਾ ਹੈ ਕਿ ਇਹ ਵੀ ਇੱਕ ਵੱਡਾ ਪੰਥਕ ਦਬਾਅ ਬਣ ਸਕਦਾ ਹੈ? ਨਹੀਂ, ਪੰਥਕ ਦਬਾਅ ਹੈ, ਪੰਥਕ ਦਬਾਅ ਰਹੇਗਾ। ਔਰ ਵੈਸੇ ਵੀ ਜੇਕਰ ਇਹਨੂੰ ਥੋੜਾ ਜਿਹਾ ਤੁਸੀਂ ਹੋਰ ਆਪਣਾ ਇੱਕ ਪ੍ਰਪੇਖ ਬਦਲ ਕੇ ਦੇਖੋ, ਸੰਦਰਭ ਦੇਖੋ, ਤੇ ਇੱਕ ਗਰਮ ਖਿਆਲੀਆਂ ਦਾ ਉਸ ਦੇ ਵਿੱਚ ਆ ਜਾਣਾ ਜਿਹਦਾ ਹੁਣ ਇਸ ਵੇਲੇ ਸਾਡੇ ਕੋਲ ਸਿੰਬਲ ਜਿਹੜਾ ਹੈ ਅੰਮ੍ਰਿਤਪਾਲ ਸਿੰਘ ਜਿਹੜਾ ਉਹ ਬਣ ਰਿਹਾ।
ਔਰ ਉਹ ਅੰਮ੍ਰਿਤਪਾਲ ਸਿੰਘ ਸਿੰਬਲ ਬਣਾ ਕੇ ਉਹਦੀ ਜਿਹੜੀ ਹੈ ਉਹ ਪੰਥਕ ਹਲਕਿਆਂ ਦੇ ਵਿੱਚ ਜਿਹੜੀ ਹੈ ਰੁਤਬਾ ਵਧਾਉਣ ਲਈ ਜ਼ਰੂਰੀ ਹੋਏਗਾ ਕਿ ਅੰਮ੍ਰਿਤਪਾਲ ਨੂੰ ਹੀ ਘੱਟੋ ਘੱਟ ਉਸ ਗੱਲ ਲਈ ਜਿਹੜਾ ਹੈ ਇੱਕ ਅਜਿਹਾ ਜਿਹੜਾ ਉਹ ਸੰਘਰਸ਼ ਜਿਹੜਾ ਵਿੱਢਿਆ ਜਾਏਗਾ ਜਿਹਦੇ ਵਿੱਚ ਸਾਰੀਆਂ ਪਰੰਪਰਾਗਤ ਪਾਰਟੀ ਆਮ ਆਦਮੀ ਪਾਰਟੀ ਸਮੇਤ ਜਿਹੜਾ ਹੈ ਉਹ ਇੱਕ ਵਾਰੀ ਦਰਕਨਾਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਉਹ ਅਗਲਾ ਹਿੱਸਾ ਹੈ ਜਿਹਦੇ ਬਾਰੇ ਅਸੀਂ ਜ਼ਿਆਦਾ ਸੰਜੀਦਗੀ ਨਾਲ ਸੋਚਣਾ ਪਏਗਾ ਕਿ 1.5 ਮਹੀਨੇ ਦਾ ਟਾਈਮ ਦਾ ਸਮਾਂ ਲੈ ਕੇ ਉਹ ਘੱਟੋ ਘੱਟ ਜਿਹੜਾ ਉਸ ਵੇਲੇ ਪ੍ਰਬੰਧਕ ਨੇ ਕੱਲ ਦੇ ਸਮਾਗਮ ਦੇ ਉਹ ਸਰਬੱਤ ਖਾਲਸਾ ਵੀ ਕਰ ਸਕਦੇ ਨੇ, ਕੋਈ ਗਰਮ ਜਿਹੜਾ ਉਹ ਪ੍ਰੋਗਰਾਮ ਵੀ ਦੇ ਸਕਦੇ ਨੇ, ਉਹ ਕੋਈ ਪੰਜਾਬ ਲਈ ਵੱਡਾ ਸੰਕਟ ਵੀ ਖੜਾ ਕਰ ਸਕਦੇ ਨੇ, ਪਰ ਕੀ ਅਸੀਂ ਉਸ ਸੰਕਟ ਨੂੰ ਉਸ ਸਥਿਤੀ ਨੂੰ ਵੀ ਸਾਂਭਣ ਦੇ ਸਮਰੱਥ ਹਾਂ ਅਸੀਂ ਉਹਦੇ ਲਈ ਤਿਆਰ ਜੀ ਜੀ ਡਾਕਟਰ ਸਾਹਿਬ ਗੱਲ ਜਿਹੜੀ ਹੈ ਦੇਖਣੀ ਚਾਹੀਦੀ। ਡਾਕਟਰ ਸਾਹਿਬ ਇੱਕ ਸਵਾਲ ਜਦੋਂ ਆਪਾਂ ਗਰਮ ਖਿਆਲੀ ਦੀ ਗੱਲ ਕਰਦੇ ਹਾਂ ਜਾਂ ਨਵੇਂ ਸਿਸਟਮ ਦੇ ਚੁਣੌਤੀਆਂ ਦੀ ਗੱਲ ਕਰਦੇ ਹਾਂ, ਆਪਾਂ ਜਦੋਂ ਗੱਲ ਕਰ ਰਹੇ ਹਾਂ ਤਾਂ SYL ਦਾ ਮੁੱਦਾ ਵੀ ਜਿੱਦਾਂ ਤੁਸੀਂ ਕਿਹਾ ਕਿ ਬੇਭਰੋਸਗੀ ਦੀ ਗੱਲ ਬਹੁਤ ਸਾਰੇ ਮਾਮਲਿਆਂ 'ਚ ਹੈ। SYL ਦੀ ਮੀਟਿੰਗ ਵੀ ਦੋਨਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਹੋ ਕੇ ਹਟੀ ਹੈ, ਪੰਜਾਬ ਦੇ ਮੁੱਖ ਮੰਤਰੀ, ਹਰਿਆਣਾ ਦੇ ਮੁੱਖ ਮੰਤਰੀ, ਉਹਦੇ ਤੇ ਵੀ ਪੰਜਾਬ ਦੇ ਨਾਲ ਜਿਸ ਤਰੀਕੇ ਨਾਲ ਵਿਤਕਰਾ ਕੀਤਾ ਜਾ ਰਿਹਾ, ਧੱਕਾ ਕੀਤਾ ਜਾ ਰਿਹਾ। ਅੱਜ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਸਿੱਖ ਅਜਾਇਬ ਘਰ ਦੇ ਵਿੱਚ ਅੰਮ੍ਰਿਤਸਰ ਜਿਹੜਾ ਹੈਗਾ ਬਲਵਿੰਦਰ ਸਿੰਘ ਜਟਾਣਾ ਜਿਹੜੇ ਖਾੜਕੂ ਲਹਿਰ ਦੇ ਆਗੂ ਰਹੇ ਹੈ, SYL ਦੇ ਉਹ ਵਿਰੋਧ 'ਚ ਖੜੇ ਸੀ, ਉਹਨਾਂ ਦੀ ਤਸਵੀਰ ਲਾਈ ਗਈ ਹੈ। ਕੀ ਲੱਗਦਾ ਇਹ ਵੀ ਇੱਕ ਸਿੰਬਲ ਹੈ ਜਾਂ ਸੁਨੇਹਾ ਹੈਗਾ ਕਿ ਜੇ ਸਮਿਆਂ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਨਿਆਂ ਇਨਸਾਫ ਨਹੀਂ ਦੇਣਗੀਆਂ ਤਾਂ ਫਿਰ ਨਿਆਂ ਲੈਣ ਦੇ ਲਈ ਸਾਰੀਆਂ ਧਿਰਾਂ ਇਕੱਠੀਆਂ ਹੋ ਸਕਦੀਆਂ? ਯੂਥ ਜਿਸ ਹਿਸਾਬ ਦੇ ਨਾਲ ਇਕੱਠਾ ਹੋਇਆ ਤੇ ਜਿਵੇਂ ਸਿਮਰਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਨੰਗੀਆਂ ਕਿਰਪਾਨਾਂ ਦੇ ਨਾਲ ਜਿਹੜੀ ਹੈ ਸਲਾਮੀ ਦਿੱਤੀ ਗਈ ਔਰ ਆਪ ਮੁਹਾਰਾ ਜਿਹੜਾ ਸੀ ਉਹ ਇਕੱਠ ਸੀ ਜਿਹੜਾ ਹਜ਼ਾਰਾਂ ਦੀ ਗਿਣਤੀ ਵਿੱਚ ਸੀ, ਸੋ ਉਹ ਇੱਕ ਇੰਡੀਕੇਸ਼ਨ ਪਹਿਲੀ ਸੀ ਕਿ ਯੂਥ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨਾਲ ਵੀ ਅਜੇ ਸੈਟੀਸਫਾਈਡ ਨਹੀਂ ਜਾ ਰਿਹਾ। ਲੇਕਿਨ ਉਦੋਂ ਬਾਅਦ ਸੰਗਰੂਰ ਦੀ ਚੋਣ ਦੇ ਵਿੱਚ ਮੂਸੇਵਾਲਾ ਨੂੰ ਵੀ ਹੀਰੋ ਬਣਾ ਕੇ ਉਸ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਜਿੱਤਣਾ ਉਹ ਥਾਂ ਦੇ ਉੱਤੋਂ ਜਿੱਤੇ ਆਪ ਦਾ ਸਭ ਤੋਂ ਵੱਡਾ ਜਿਹੜਾ ਉਸ ਕੇਂਦਰ ਸੀ ਔਰ ਉਸ ਨੂੰ ਜਿਸ ਬੁਰੀ ਤਰ੍ਹਾਂ ਜਿਹੜਾ ਉਹ ਵੱਖ-ਵੱਖ ਹਲਕਿਆਂ ਦੇ ਵਿੱਚੋਂ ਹਰਾਇਆ ਜਾਣਾ, ਉਹ ਤੋਂ ਦੀਪ ਸਿੱਧੂ ਔਰ ਸਿਮਰਨਜੀਤ ਸਿੰਘ ਮਾਨ ਦਾ ਅੱਗੇ ਆਉਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨੌਜਵਾਨ ਹੈ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਪ੍ਰਬੰਧ ਤੋਂ ਜਿਸ ਦੇ ਵਿੱਚ ਆਪ ਵੀ ਵਿੱਚ ਸ਼ਾਮਲ ਸੀ ਉਹਦੇ ਨਾਲ ਸੰਤੁਸ਼ਟ ਨਹੀਂ, ਤੇ ਜੇ ਸੰਤੁਸ਼ਟ ਨਾ ਕੀਤਾ ਗਿਆ ਤੇ ਪੰਜਾਬ ਲਈ ਵੱਡੀ ਸਮੱਸਿਆ ਖੜੀ ਹੋ ਸਕਦੀ ਹੈ। ਜੀ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਇਸ ਮੁੱਦੇ ਤੇ ਤੁਸੀਂ ਸਾਨੂੰ ਇਹਨਾਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਇਹ ਸਨ ਡਾਕਟਰ SP ਸਿੰਘ। ਮਿਹਰਬਾਨੀ ਡਾਕਟਰ ਸਾਹਿਬ। ਇਹ ਸਨ ਡਾਕਟਰ SP ਸਿੰਘ ਜਿਨ੍ਹਾਂ ਨੇ ਬਾਈਬਲ ਕਲਾਂ, ਕੋਟਕਪੂਰਾ ਗੋਲੀकांड ਤੇ ਇਸੇ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਪਿਛਲੇ 7 ਸਾਲਾਂ ਤੋਂ ਕਿਉਂ ਨਹੀਂ ਮਿਲਿਆ ਇਨਸਾਫ, ਪੰਜਾਬ ਕਿੱਧਰ ਨੂੰ ਜਾਏਗਾ, ਇਹ ਨਿਆਂ ਲੈਣ ਦੇ ਲਈ ਬਹੁਤ ਵੱਡੇ ਸਵਾਲ ਹੈ। ਇਹਨਾਂ ਸਵਾਲਾਂ ਤੇ ਆਉਣ ਦੇ ਲਈ ਆਪਾਂ ਤੁਹਾਡੇ ਸਾਰਿਆਂ ਵੱਲੋਂ ਡਾਕਟਰ ਸਾਹਿਬ ਦੇ ਇੱਕ ਵਾਰ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।